सर चुनाव आ गए 14 फरवरी ਨੂੰ कुछ दिन बाकी है, क्या लग रहा? बहुत तगड़े मुकाबले 'ਚ फसे हुए हो तुसी। ਅਸੀਂ ਕੌਂਸਲਰ ਬਣ ਕੇ 5 ਸਾਲ ਲੋਕਾਂ ਦਾ ਇੰਨਾ ਕੁ ਕੰਮ ਲੋਕਾਂ ਦੇ ਆਪਣੇ ਵਾਰਡ 'ਚ ਇੰਨਾ ਕੁ ਕੰਮ ਕਰ ਦਈਏ ਕਿ 5 ਸਾਲ ਬਾਅਦ 'ਚ ਲੋਕਾਂ ਦੇ ਦਰਵਾਜ਼ੇ ਤੇ ਜਾਣ ਦੀ ਜ਼ਰੂਰਤ ਨਾ ਪੜੇ। ਅਸੀਂ ਕਿਉਂ ਨਹੀਂ ਕੌਂਸਲਰ ਬਣ ਕੇ ਕਿਉਂ ਭੁੱਲ ਜਾਂਦੇ ਵੀ ਯਾਰ ਸਾਨੂੰ ਵੋਟਰ ਨੇ ਕੌਂਸਲਰ ਬਣਾਇਆ, ਨਾ ਕਿ ਅਸੀਂ ਖੁਦ ਬਣੇ। पांच साल ਜਿਹੜੇ ਕੌਂਸਲਰ ਰਹੇ ਉਹਨੇ ਕੌਂਸਲ ਬਣਨ ਤੱਕ ਹੀ ਸੀਮਤ थे। ਕੌਂਸਲਰ ਬਣਨ ਦੇ ਬਾਅਦ ਕਿਉਂ ਨਹੀਂ ਵਾਰਡ ਤੇ ਜਾ ਕੇ ਉੱਥੇ ਕਿਉਂ ਜਿਹੜੀ ਉਹਨਾਂ ਲੋਕਾਂ ਦੀ ਸਮੱਸਿਆ ਕਿਉਂ ਨਹੀਂ ਹੱਲ ਕੀਤੀਆਂ? ਪੂਰੇ ਵਾਰਡ ਨੰਬਰ 8 ਦਾ ਸਰਵੇ ਕਰੋ ਇੱਕ ਵਾਰੀ। ਅਗਰ ਤੁਸੀਂ ਕਹਿੰਦੇ ਵੀ ਜੀ ਸਾਰਾ ਕੰਮ ਆਲਰੇਡੀ ਹੋ ਚੁੱਕਿਆ, ਫਿਰ ਮੈਂ ਤਾਂ ਇੱਕ ਗੱਲ ਕਹਿੰਦਾ ਵੀ ਸਾਡੇ ਪੁਰਾਣੇ ਪਾਰਸ਼ਦ ਨੂੰ ਤਾਂ ਕੰਪੇਨਿੰਗ ਕਰਨ ਦੀ ਲੋੜ ਹੀ ਨਹੀਂ ਹੈ। ਕਹਿੰਦੇ ਜੀ ਨੰਗਲ ਮਿੰਨੀ ਚੰਡੀਗੜ੍ਹ ਹੈ, ਉਹ ਮੇਰੇ ਵੀਰੋ ਮੇਰੇ ਕੌਂਸਲ ਦੇ ਅਫਸਰੋ ਮਿੰਨੀ ਚੰਡੀਗੜ੍ਹ ਬਣਾ ਕੇ ਬਣਦਾ, ਕਹਿਣ ਨਾਲ ਨਹੀਂ ਬਣਦਾ। ਪਾਰਟੀ ਵਿੱਚ ਗੁੱਟਬਾਜੀ ਇੰਨੀ ਹੈਵੀ ਹੈ, 3-4 ਗੁੱਟ ਜਿਹੜੇ ਕੰਮ ਕਰ ਰਹੇ ਆ। ਕਿੱਦਾਂ ਲੱਗਦਾ ਤੁਸੀਂ ਚੁਣਾਵ ਜਿੱਤ ਪਾਓਗੇ? 5 ਸਾਲ ਕੌਂਸਲ 'ਚ ਰਹਿ ਕੇ ਕੁਝ ਚੰਗਾ ਕੀਤਾ ਵਾ ਹੁੰਦਾ ਤਾਂ ਇੰਨੇ ਆਰੋਪ ਬੇਆਰੋਪ ਲਾਉਣ ਦੀ ਲੋੜ ਹੀ ਨਹੀਂ ਸੀ। पार्टी तो बागी हो गए इलेक्शन लड़ रहे हैं, तो लगता कि पार्टी को नुकसान होगा ਇਹਦੇ ਨਾਲ? ਸਾਨੂੰ ਸੀਟ ਨਹੀਂ ਮਿਲੀ ਜੀ ਅਸੀਂ ਆਜ਼ਾਦ ਲੜ ਲੈਂਦੇ ਹਾਂ। ਮੈਂ ਤਾਂ ਹਰ ਪਾਰਟੀ ਦੇ ਹਾਈ ਕਮਾਂਡ ਨੂੰ ਇੱਕੋ ਕਰਦਾ ਹੈ ਵੀ ਜੇ ਕੋਈ ਐਦਾਂ ਕਰੇ ਉਹਨੂੰ ਪਾਰਟੀ 'ਚੋਂ ਬੇਦਖਲ ਕਰ ਦਿਓ। ਮੈਂ ਕੋਈ ਪਹਿਲਾਂ ਅੱਜ ਤੱਕ ਦੀ ਚੁਣਾਵ ਨਹੀਂ ਲੜੇ ਔਰ ਮੈਂ ਇੰਨਾ ਹੈਰਾਨ ਹੋ ਰਿਹਾ। ਅਗਲੇ ਕਹਿੰਦੇ ਜੀ ਉਹ ਤਾਂ ਸਭ ਕੁਝ ਦਿਆ ਕਰਦੇ, ਸ਼ਰਾਬ ਵੀ ਦਿਆ ਕਰਦੇ, ਰਾਸ਼ਨ ਵੀ ਦਿਆ ਕਰਦੇ, ਤੁਸੀਂ ਕਿਆ ਦਿਆ ਕਰਦੇ? ਮੈਂ ਕਿਹਾ ਜੀ ਮੈਂ ਦਵਾਈ ਦੇ ਸਕਦਾ ਵਾ। ਰਾਣਾ ਜੀ ਤੂਫਾਨੀ ਦੌਰਾ ਕਰਕੇ ਆਪਣੇ ਪਾਰਟੀ ਦੇ ਸਮਰਥਨ ਜਿਹੜੇ ਪ੍ਰਤਿਆਸ਼ੀ ਉਹਨਾਂ ਵਾਸਤੇ ਵੋਟਾਂ ਮੰਗ ਰਿਹਾ, ਜਨ ਸਭਾ ਕਰ ਰਿਹਾ, ਬੀਜੇਪੀ ਤੋਂ ਗਾਇਬ ਹੈ। ਡਾਕਟਰ ਸਾਹਿਬ ਤੁਹਾਡੇ ਇੱਕ ਵਾਰਡ ਨੰਬਰ 2 ਦੇ ਪ੍ਰਤਿਆਸ਼ੀ ਸੀਗੇ ਮਹੇਸ਼ ਕਾਲੀਆ ਜੀ ਭਾਜਪਾ ਦੇ, ਉਹਨਾਂ ਨੇ ਸਾਡੀ ਇੰਟਰਵਿਊ 'ਚ ਇਹ ਵਾਅਦਾ ਕਰਤਾ ਜਨਤਾ ਨਾਲ ਕਿ ਅਗਰ ਮੈਂ ਚੁਣਾਵ ਜਿੱਤ ਗਿਆ ਕਿ ਵਾਰਡ ਨੰਬਰ 2 ਦੇ ਵਿੱਚ ਚਾਹੇ ਵਿਆਹ ਹੋਵੇ ਕੁੜੀ ਦਾ ਚਾਹੇ ਹੋਵੇ ਮੁੰਡੇ ਦਾ, ਟੈਂਟ ਫ੍ਰੀ ਹੋਊਗਾ, ਬਿਲਕੁਲ ਕੋਈ ਪੈਸਾ ਨਹੀਂ ਆਊਗਾ। ਤੁਸੀਂ ਵੀ ਕਦੋਂ ਦਾ ਆਸ਼ਵਾਸਨ ਦਿੰਦੇ ਜਨਤਾ ਨੂੰ? ਜੇ ਪੁਰਾਣੇ ਪੂਰੇ ਪਾਰਸ਼ਦ ਕਹਿ ਦੇਣ ਵੀ ਅਸੀਂ ਜੀ ਲੋਕਡਾਊਨ 'ਚ ਸੇਵਾ ਕੀਤੀ, ਫਿਰ ਤੁਹਾਡਾ ਪਾਰਸ਼ਦ ਹੋਣ ਦਾ ਫਾਇਦਾ ਕਿਆ ਥਾ? नमस्कार दोस्तों, मैं अशोक चोपड़ा, तुसी देख रहे हो सिटी हलचल। जिद्दां कि तुहानूं पता ही है कि नंगल नगर कौंसल के जिहड़े चुनाव है 14 फरवरी ਨੂੰ होण जा रहे हैं। असी पिछले काफ़ी लंबे समय तो एक ऐसा सिलसिला शुरू किया सी कि जिहड़े नंगल नगर कौंसल के चुनाव लड़न के चाहवान है ਜਾਂ चुनाव लड़ रहे हैं उन्होंने इंटरव्यू आपां करके तुहाडे रूबरू करदे हैं ताकि तुहानूं उन्हां दी जो भी कौंसल के चुनावों तो बाद उन्हां दी योजना तुहानूं पता लग सके ते तुसी अपने पसंद के उम्मीदवार ਨੂੰ चुन सको। तो अज साडे नाल ऐसी शख्सियत है जो परिचय की मुहताज तो नहीं है, लेकिन फिर भी मैं दस दिना वार्ड नंबर 8 तो भारतीय जनता पार्टी की टिकट से चुनाव लड़ रहे हैं डॉक्टर रोहित संदल। रोहित संदल नाल तुहानूं रूबरू कराने हैं। सर स्वागत सिटी हलचल तुहाडा। नमस्कार जी, बहुत बहुत ਪਹਿਲਾਂ ਤਾਂ ਮੈਂ ਸਿਟੀ ਹਲਚਲ ਦਾ ਚੋਪੜਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਮੈਂ ਅੱਜ ਤੁਸੀਂ ਮੈਨੂੰ ਇਸ ਕਾਬਿਲ ਸਮਝਿਆ ਕਿ ਮੈਂ ਲੋਕਾਂ ਨਾਲ ਤੁਹਾਡੇ ਮੀਡੀਆ ਰਾਹੀਂ ਮੈਂ ਲੋਕਾਂ ਨਾਲ रूबरू हो सका। सर चुनाव आ गए 14 फरवरी ਨੂੰ कुछ दिन बाकी है, क्या लग रहा? बहुत तगड़े मुकाबले 'ਚ फसे हुए हो तुसी। देखो जी मैं तो बहुत खुश है, कोई दिक्कत नहीं है, ठीक है चुनाव है, परिणाम आएंगे बाद, पर मैं एक कहता है भी जदों सब तो पहला था मैं पार्टी हाई कमान का बहुत धन्नवादी हाँ कि भारतीय जनता पार्टी ने मैनू इस काबिल समझा कि नंगल शहर के 19 वार्डों विचों वार्ड नंबर 8 जो कि अज के टाइम सब तो ज़्यादा लोगों विच भी एक हॉट सीट गिनी जा रही है कि इस सीट पर बहुत तगड़ा मुकाबला है, और पार्टी ने मैनू इस काबिल समझा कि मैनू वार्ड नंबर 8 तो पार्टी ने अपना कैंडीडेट घोषित किया। डॉक्टर साहब पूरे शहर दे विच पहला ऐसा वार्ड है, एक पासे कांग्रेस पार्टी के एडवोकेट, आम आदमी पार्टी के
ਸ਼ਰਾਬ ਕਾਰੋਬਾਰੀ ਤੇ ਤੁਸੀਂ ਡਾਕਟਰ, ਤਿੰਨਾਂ ਦਾ ਮੁਕਾਬਲਾ ਲੋਕੀ ਵੀ ਦੇਖ ਰਿਹਾ, ਕਾਫੀ ਦਿਲਚਸਪ ਹੋਣ ਵਾਲਾ। ਤੁਹਾਨੂੰ ਕੀ ਲੱਗਦਾ ਕਿੱਦਾਂ ਦਾ ਰਹੂਗਾ? ਤੁਹਾਨੂੰ ਜਿੱਤ ਸਕਦੇ ਹੋ ਇਸ ਸੀਟ ਤੇ? ਦੇਖੋ ਜੀ, ਪਹਿਲੀ ਗੱਲ ਤਾਂ ਮੇਰੇ ਓਪੋਜੀਸ਼ਨ 'ਚ ਜਿਹੜੇ ਦੋ ਕੈਂਡੀਡੇਟ ਹੈ, ਸਭ ਤੋਂ ਪਹਿਲਾਂ ਤਾਂ ਕਾਂਗਰਸ ਦੇ, ਉਹ 2 ਵਾਰ ਜੇਤੂ ਰਹਿ ਚੁੱਕੇ। ਠੀਕ ਹੈ ਜੀ। ਅਸੀਂ ਇੱਕ ਕਹਿੰਦੇ ਵੀ 10 ਸਾਲ ਉਨੀ ਲੋਕਾਂ 'ਚ ਰਹੇ ਹੋ, 2 ਵਾਰ ਕਾਉਂਸਲਰ ਰਹੇ, ਉਨੀ ਕਿਆ ਕੀਤਾ ਕਿਆ ਨਹੀਂ ਕੀਤਾ ਉਹ ਜਨਤਾ ਜਾਣਦੀ। ਮੈਂ ਤਾਂ ਇੱਕ ਬਹੁਤ ਛੋਟੀ ਜਿਹੀ ਗੱਲ ਕਹਿਣ ਲੱਗਾ, ਛੋਟੇ ਮੂੰਹ ਬੜੀ ਬਾਤ। ਜੇ ਅਸੀਂ ਕਾਉਂਸਲਰ ਬਣ ਕੇ 5 ਸਾਲ ਲੋਕਾਂ ਦਾ ਇੰਨਾ ਕੁ ਕੰਮ, ਲੋਕਾਂ ਦੇ ਆਪਣੇ ਵਾਰਡ 'ਚ ਇੰਨਾ ਕੁ ਕੰਮ ਕਰ ਦਈਏ ਕਿ 5 ਸਾਲ ਬਾਅਦ ਲੋਕਾਂ ਦੇ ਦਰਵਾਜ਼ੇ ਤੇ ਜਾਣ ਦੀ ਜ਼ਰੂਰਤ ਨਾ ਪੜੇ, ਸਾਡਾ ਵੋਟਰ ਖੁਦ ਕਹੇ ਨਹੀਂ ਜੀ ਮੈਂ ਇਸੀ ਕੈਂਡੀਡੇਟ ਨੂੰ ਵੋਟ ਪਾਣੀ। ਅਸੀਂ ਕਿਉਂ ਨਹੀਂ ਕਾਉਂਸਲਰ ਬਣ ਕੇ ਕਿਉਂ ਭੁੱਲ ਜਾਂਦੇ ਵੀ ਯਾਰ ਸਾਨੂੰ ਵੋਟਰ ਨੇ ਕਾਉਂਸਲਰ ਬਣਾਇਆ, ਨਾ ਕਿ ਅਸੀਂ ਖੁਦ ਬਣੇ। ਪਰ ਸਰ ਇੱਕ ਚੀਜ਼ ਸੁਣੋ ਨਾ, ਜਿਹੜਾ ਤੁਹਾਡਾ ਵਾਰਡ ਹੈ ਪੂਰੀ ਤਰ੍ਹਾਂ ਸਰਕਾਰੀ ਵਾਰਡ ਹੈ, BVMP ਦੇ ਅਧੀਨ ਆ, ਤਾਂ ਨੰਗਲ ਨਗਰ ਕੌਂਸਲ ਨੇ ਤਾਂ ਕਰਨਾ ਕਿਆ ਹੁੰਦਾ? ਬਹੁਤ ਕੁਝ ਕਰਨਾ ਹੀ ਨੰਗਲ ਕੌਂਸਲ ਨੇ। ਸਭ ਤੋਂ ਪਹਿਲਾ ਗੱਲ ਸਫਾਈ। ਮੈਂ ਇੱਕ ਰਿਕੁਐਸਟ ਕਰਦਾ, ਜਿੰਨੇ ਵੀ ਸਾਡੇ ਮੀਡੀਆ ਚੈਨਲ ਹੈ ਨੰਗਲ ਸ਼ਹਿਰ 'ਚ ਇਸ ਟਾਈਮ ਸਾਡੇ ਕੋਲ ਮੀਡੀਆ ਦੀ ਇੰਨੀ ਸਪੋਰਟ ਹੈ, ਪਰ ਮੈਂ ਇਹ ਚਾਹੁੰਦਾ ਵੀ ਜਿੰਨੀ ਸਾਡੀ ਮੀਡੀਆ ਹੈ, ਇਲੈਕਸ਼ਨ 14 ਤਰੀਕ ਨੂੰ ਹੈ, ਤੁਸੀਂ 2 ਦਿਨ 3 ਦਿਨ ਹਰ ਵਾਰਡ 'ਚ, ਨਾ ਕਿ ਮੇਰੇ ਨਾਲ ਚੱਲਣਾ ਨਾ ਤੁਸੀਂ ਓਪੋਜੀਸ਼ਨ ਨਾਲ ਚੱਲਣਾ, ਤੁਸੀਂ ਆਪਣੇ ਲੈਵਲ ਤੇ ਹਰ ਵਾਰਡ ਦਾ ਸਰਵੇ ਕਰੋ ਕਿ ਵਾਰਡ ਵਿੱਚ ਐਕਚੁਅਲ ਕਿਆ ਪੋਜੀਸ਼ਨ ਹੈ। ਦੇਖੋ ਮੈਂ ਕਹਿਣਾ ਜੀ ਮੈਂ ਸਭ ਤੇ ਖਰਾ, ਮੇਰੇ ਓਪੋਜੀਸ਼ਨ ਨੇ ਕਹਿਣਾ ਜੀ ਮੈਂ 10 ਸਾਲ ਹੋ ਗਏ ਕੰਮ ਕਰਦੇ ਨੇ, ਮੈਂ ਲੋਕਾਂ 'ਚ ਇੰਨਾ ਕੰਮ ਕੀਤਾ। ਦੂਜੇ ਕੈਂਡੀਡੇਟ ਨੇ ਕਹਿਣਾ ਜੀ ਲੈ ਮੈਂ ਪੁਰਾਣੇ ਵਾਰਡ 'ਚ ਹੀ ਕੀਤਾ। ਹੁਣ ਤਾਜ਼ੀ ਗੱਲ, 2-3 ਦਿਨ ਪਹਿਲਾਂ ਇੱਕ ਵਾਰਡ ਨੰਬਰ 4 ਦੀ ਵੀਡੀਓ ਬੜੀ ਅਪਡੇਟ ਹੋਇਆ ਕਰਦੀ, ਸਾਡੇ ਮੀਡੀਆ ਚੈਨਲ ਨੇ ਕਿਤੇ ਇੰਟਰਵਿਊ ਲਈ, ਪਤਾ ਲੱਗਿਆ ਵੀ ਗਲੀਆਂ ਦਾ ਕਿਆ ਹਾਲਾਤ ਹੈ। ਜਦ ਕਿ ਸਾਡੇ ਜਿਹੜੇ ਓਪੋਜੀਸ਼ਨ ਦੂਜੇ ਕੈਂਡੀਡੇਟ ਹੈ ਉਹ ਵਾਰਡ ਨੰਬਰ 4 'ਚ ਪਹਿਲਾਂ ਕਾਉਂਸਲਰ ਰਹਿ ਚੁੱਕੇ ਹੋਏ। ਮੈਂ ਅੱਜ ਵੀ ਇਸ ਗੱਲ ਨੂੰ, ਮੈਂ ਤੁਹਾਨੂੰ ਇਹ ਰਿਕੁਐਸਟ ਕਰਦਾ ਵੀ ਠੀਕ ਹੈ ਤੁਸੀਂ ਉਸ ਵੀਡੀਓ ਦਾ ਉਸ ਏਰੀਆ ਨੂੰ ਜਾ ਕੇ ਕਿਉਂ ਨਹੀਂ ਐਕਸਪਲੋਰ ਕਰ ਰਹੇ ਵੀ ਇਹ ਵਾਕਈ ਇੱਥੇ 5 ਸਾਲ ਜਿਹੜੇ ਕਾਉਂਸਲਰ ਰਹੇ ਉਹਨੇ ਕਾਉਂਸਲ ਬਣਨ ਤੱਕ ਹੀ ਸੀਮਤ ਹੈ। ਕਾਉਂਸਲਰ ਬਣਨ ਦੇ ਬਾਅਦ ਕਿਉਂ ਨਹੀਂ ਵਾਰਡ 'ਤੇ ਜਾ ਕੇ ਉੱਥੇ ਕਿਉਂ ਜਿਹੜੀ ਉਹਨਾਂ ਲੋਕਾਂ ਦੀ ਸਮੱਸਿਆ ਕਿਉਂ ਨਹੀਂ ਹੱਲ ਕੀਤੀਆਂ? ਲੇਕਿਨ ਜਿਹੜੇ ਵਾਰਡ ਤੁਸੀਂ ਅੱਜ ਚੁਣਾਵ ਲੜ ਰਹੇ ਹੋ ਨਾ, ਵਾਰਡ ਨੰਬਰ 8 ਦੀ ਗੱਲ ਕਰੀਏ ਤੇ ਉੱਥੇ ਦੇ ਜਿਹੜੇ ਪਾਰਸ਼ਦ ਹੈ ਪਰਮਜੀਤ ਸਿੰਘ ਪੰਮਾ ਜੀ, ਉਹਨਾਂ ਦਾ ਮੰਨਣਾ ਹੈ ਕਿ ਕਰੋੜਾਂ ਰੁਪਏ ਖਰਚ ਹੋ ਗਏ, ਕੋਈ ਗਲੀ ਐਸੀ ਨਹੀਂ ਹੈ ਜਿੱਥੇ ਪੇਵਰ ਨਹੀਂ ਲੱਗੇ, ਕੋਈ ਗਲੀ ਐਸੀ ਨਹੀਂ ਜਿੱਥੇ ਸਫਾਈ ਨਾ ਹੁੰਦੀ ਹੋਵੇ। ਠੀਕ ਹੈ ਜੀ, ਇੱਦਾਂ ਕਰਦੇ ਹਾਂ। ਮੈਂ ਪਿਛਲੇ 10 ਦਿਨ ਪਹਿਲਾਂ ਅਸੀਂ ਆਪਣੇ ਵਾਰਡ 'ਚ ਮੈਂ ਇੱਕ ਅਸੀਂ ਆਫਿਸ ਬਣਾਉਣ ਨੂੰ, ਚਲੋ ਸਾਡੇ ਕੋਈ ਵਰਕਰਸ ਆਉਂਦੇ ਉਸੇ ਨਾਲ ਬੈਠਣਾ ਸੀ, ਇੱਕ ਆਪਾਂ ਕੁਆਟਰ ਲਿਆ ਉਹ ਲੋਕ 13 ਜਨਵਰੀ ਨੂੰ ਲੋਹੜੀ ਸੀ। ਠੀਕ ਜੀ, ਜਿੱਥੇ ਅਸੀਂ ਗੱਡੀ ਪਾਰਕ ਕਰਦੇ ਉੱਥੇ ਵਿੱਚ ਜਿੱਥੇ ਕੁਆਟਰਸ ਬਣੇ ਹੋਏ ਉਹਦੇ ਵਿੱਚ ਨਾ ਇੱਕ ਜਿੱਦਾਂ ਲੋਹੜੀ ਨੂੰ ਅਸੀਂ ਲੱਕੜੀ ਜਲਾਉਂਦੇ ਨਾ, ਉਹ ਇੱਕ ਮੁੱਠਾ ਪੇੜ ਦਾ ਉੱਥੇ ਕਿਸੇ ਨੇ ਫੰਕਸ਼ਨ ਕੀਤਾ ਹੋਣਾ, ਉਹ ਮੁੱਠਾ ਉੱਥੇ ਪਿਆ ਵਾ। 13 ਜਨਵਰੀ ਅੱਜ ਕੀ ਤਰੀਕ? 6 ਫਰਵਰੀ। ਚਲੋ ਚਲੀਏ, ਚਲੋ ਜੇ ਸਾਨੂੰ ਕਹਿੰਦੇ ਵੀ ਕੌਂਸਲ ਸਭ ਕੁਝ ਕਰ ਰਹੀ ਹੈ, ਸਫਾਈ ਤੇ ਸਫਾਈ, ਪੇਵਰ ਦੇ ਪੇਵਰ ਲੱਗ ਰਹੇ, ਤੁਸੀਂ ਚਲੋ ਉਹ ਅੱਜ 20 ਦਿਨ 25 ਦਿਨ ਹੋ ਗਏ ਜੀ, ਉਹ ਮੁੱਠਾ ਅੱਜ ਵੀ ਉੱਥੇ ਦਾ ਉੱਥੇ ਹੀ ਪਿਆ। ਸਰ ਤੁਸੀਂ ਇਸ ਚੀਜ਼ ਨੂੰ ਵੀ ਧਿਆਨ 'ਚ ਰੱਖੋ ਨਾ, ਜਿਹੜਾ ਇਹ ਪੀਰੀਅਡ ਹੈ, ਇਹ ਪੀਰੀਅਡ ਨਗਰ ਕੌਂਸਲ ਦਾ ਖਤਮ ਹੋ ਚੁੱਕਿਆ। ਸਰ ਕਦ ਖਤਮ ਹੋਇਆ ਤੁਸੀਂ ਦੱਸੋ, ਚੁਣਾਵ ਕਮਿਸ਼ਨ ਗੱਲ ਲੱਗੀ ਦੱਸੋ। आई थिंक 24 या 25 लगी है जी। 13 दिन लैके 24 तरीक तक कितने दिन थे? क्या एक दिन भी सफाई वाला नहीं गया? सफाई अज भी नहीं क्या? देखो चुनाव ने अगर चुनाव लग गया है ठीक, उस दौरान क्या सफाई नहीं होनी? लोग रेया नहीं करते, लोगों के घर गंद नहीं इकट्ठा होया करता? जिम्मेवारी पार्षद दी खत्म हो गई ना, क्योंकि पार्षद नहीं जी नहीं, हुण असीं पार्षद नहीं है, हजी हजे लड़ रहे हैं। मैनू कल किसी ने कहा जी साडे मोहरे घर की सफाई करा दो, क्या साडा जिम्मा नहीं बनता? असीं एज अ नागरिक हो के काम नहीं कर सकते? क्या सिर्फ पार्षद हो के ही असीं काम करना है? मैं इको रिक्वेस्ट करदा तुहानूं, चलो बाकी वार्डां छड्डो, मेरे कहण ते तुसीं अपने लेवल ते पूरे वार्ड नंबर 8 का सर्वे करो एक बारी। अगर तुसीं कहंदे भी जी सारा काम ऑलरेडी हो चुकिया, फिर मैं तो एक गल कहंदा भी साडे पुराने पार्षद नूं तां कंपेनिंग करन दी लोड़ ही नहीं है। जे असीं इन्ने क अपने स्ट्रॉन्ग करिए, असीं इन्ना क लोकां दे विच काम करिए, तो असीं काहनूं कंपेनिंग करनी? तुसीं ये दसो, तुसीं चुनाव जा रहे हो, बिल्कुल फ्रैश कैंडीडेट, ठीक जी, क्या मुद्दे लेके जा रहे हो? देखो जी मुद्दे सब तो पहला तो यही गल सफाई दी। वार्ड नंबर 8 च ठीक है, सारे कहते जी साडे पूरे पार्षद, देखो मैं इत्थे बैठा मैं बहुत कुछ कही जाना भी मैं ऐसे करूंगा वैसे करूंगा, पर मेरी एक रिक्वेस्ट सब तो पहली मीडिया नूं यही है
ਵੀ 14 ਤਰੀਕ ਤੇ ਪਹਿਲਾਂ ਤੁਸੀਂ 2 ਦਿਨ ਲਾ ਕੇ 19 ਵਾਰਡ ਕਰ ਲਓ ਕਵਰ, ਤੁਹਾਨੂੰ ਪਤਾ ਲੱਗ ਜਾਣਾ ਵੀ ਪੁਰਾਣੀ ਕੌਂਸਲ ਕਿੱਥੇ ਸਟੈਂਡ ਕਰ ਰਹੀ ਹੈ, ਲੋਕਾਂ ਦਾ ਕਿਆ ਹੈ। ਰਿਜ਼ਲਟ ਤੁਸੀਂ 2 ਦਿਨ ਵਿੱਚ ਹੀ ਕੱਢ ਦੇਣਾ ਵੀ ਪੋਲ ਐਗਜ਼ਿਟ ਪੋਲ ਕਿਆ ਕਹਿੰਦਾ ਪਿਆ। ਠੀਕ, ਪਹਿਲੀ ਗੱਲ ਸਫਾਈ ਅਸੀਂ ਇਹ ਨਹੀਂ ਕਹਿੰਦੇ ਵੀ ਜੀ ਅਸੀਂ ਪੇਵਰ ਲਵਾਤੇ ਸਫਾਈ ਹੋ ਗਈ। ਮਹਾਰਾਜ ਜਿੱਥੇ ਝਾੜੂ ਨਹੀਂ ਵੱਜਣਾ ਗੰਦ ਉੱਥੇ ਪੈਣਾ ਹੀ ਪੈਣਾ। ਮੈਨੂੰ ਤੁਸੀਂ ਅੱਜ ਦੱਸ ਦਿਓ ਵੀ ਕਿਹੜੇ ਸਫਾਈ ਹੋਇਆ ਕਰਦੀ। ਅਸੀਂ ਕਹਿੰਦੇ ਚਲੋ ਜੀ ਇਹ ਲੱਗ ਗਿਆ ਜੀ, ਇਲੈਕਸ਼ਨ ਸ਼ੁਰੂ ਹੈ ਜੀ, ਸਫਾਈ ਨਹੀਂ ਹੋਇਆ ਕਰਦੀ। ਉਹ ਮਹਾਰਾਜ ਅਸੀਂ ਐਜ਼ ਅ ਨਾਗਰਿਕ ਹੋ ਕੇ ਵੀ ਇਹ ਕੰਮ ਨਹੀਂ ਕਰ ਸਕਦੇ। ਸੈਕਿੰਡ ਆਪਸ਼ਨ ਡਰੇਨੇਜ, PNB ਬੈਂਕ ਚਲੇ ਜਾਓ। ਮੈਂ ਤਾਂ ਐਜ਼ ਅ ਕੰਪੇਨੀਅਨ ਜਦੋਂ ਹੁਣ ਨਿਕਲਿਆ ਤਾਂ ਪਤਾ ਲੱਗਿਆ ਵੀ ਸਾਡੇ ਵਾਰਡ 'ਚ ਕਿਆ ਸਮੱਸਿਆਵਾਂ ਹੈ। ਅਸੀਂ ਉਹ ਮੈਨੀਫੈਸਟੋ ਬਣਾ ਲਿਆ। ਇਲੈਕਸ਼ਨ ਜਿੱਤ ਹਾਰ ਬਾਅਦ ਦੀ ਗੱਲ ਹੈ, ਪਰ ਮੈਂ ਇੱਕ ਅੱਜ ਵਾਅਦਾ ਕਰਦਾ ਹੈ, ਜੋ ਮੇਰੇ ਵੋਟਰਸ ਨੇ, ਮੇਰੇ ਵਾਰਡ ਨੇ ਮੈਨੂੰ ਜੋ ਵੀ ਨਹੀਂ ਰਿਜ਼ਲਟ ਦੇਣਾ, ਜੋ ਵੋਟਰ ਮੇਰੇ ਸਿਰ ਮੱਥੇ, ਪਰ ਮੈਂ ਉਸ ਤੋਂ ਬਾਅਦ ਵੀ ਐਜ਼ ਅ ਨਾਗਰਿਕ ਹੋ ਕੇ ਵੀ ਇਸ ਏਰੀਏ ਨੂੰ ਡਿਵੈਲਪ ਕਰਨ ਦੀ ਕੋਸ਼ਿਸ਼ ਕਰੂੰਗਾ। ਠੀਕ। ਦੂਜੀ ਗੱਲ, PNB ਬੈਂਕ ਕੋਲ ਜਾਓ, ਉੱਥੇ ਅੱਜ ਵੀ ਡਰੇਨੇਜ ਸਿਸਟਮ ਸਹੀ ਨਹੀਂ ਹੈ। ਠੀਕ ਹੈ, ਅਸੀਂ ਕਹਿੰਦੇ ਕੌਂਸਲ ਕੰਮ ਕਰਿਆ ਕਰਦੀ, ਮੈਂ ਮੰਨਦਾ ਗੱਲ, ਠੀਕ ਹੈ, ਬਣ ਗਿਆ ਜੀ, ਪਾਈਪਾਂ ਕਵਰ ਹੋ ਗਈਆਂ। ਜਦੋਂ ਬਰਸਾਤੀ ਬਾਰਿਸ਼ ਹੁੰਦੀ ਸਾਰਾ ਪਾਣੀ ਜਾ ਕੇ ਉਹ PNB ਬੈਂਕ ਦੇ ਅੱਗੇ ਸਾਡੇ ਚੱਕੀ ਜਿੱਥੇ 4 ਸ਼ਾਪਸ ਹੈ, ਰਾਜੀ ਛਾਵੜਾ ਜੀ ਉਹਨਾਂ ਦੀਆਂ ਸਾਰੇ ਸ਼ਾਪ, ਸਾਰਾ ਪਾਣੀ ਉਹਦੇ ਅੰਦਰ ਵੜਦਾ। ਇਹ ਹਰ ਸਾਲ ਦੀ ਗੱਲ ਹੈ, ਬਰਸਾਤ ਇੱਕ ਵਾਰ ਨਹੀਂ ਹੁੰਦੀ, 5 ਸਾਲ 'ਚ 50 ਵਾਰੀ ਬਾਰਿਸ਼ ਹੋਈ ਹੋਣੀ। ਕਿਆ ਸਾਡੇ ਪੁਰਾਣੇ ਪਾਰਸ਼ਦਾਂ ਨੂੰ ਪਤਾ ਨਹੀਂ ਹੈ ਵੀ ਕਿਆ ਹੋਇਆ ਕਰਦਾ ਇੱਥੇ। N ਬਲੋਕ ਜਾਓ, ਤੁਸੀਂ ਪੁੱਛੋ ਲੋਕਾਂ ਦੇ, ਅਸੀਂ ਕਹਿੰਦੇ N ਬਲੋਕ ਪੇਵਰ ਲਵਾਤਾ, ਉਹ ਇੰਨਾ ਟੋਟਾ ਕਾਹਨੂੰ ਛੱਡਤਾ, ਕਿਉਂ ਉਹ ਵਿੱਚ ਉੱਥੇ ਅੱਜ ਵੀ ਇਹਨਾਂ ਗੰਦ ਪਿਆ ਵਾ। ਪਰਸੋਂ ਖੜੇ ਕਮੇ ਨਹੀਂ ਕਰੀ, ਸਾਨੂੰ ਇੱਕੋ ਹੀ ਗੱਲ ਕਹੀ ਕਿ ਬੇਟਾ ਜੀ ਆਹ ਕੰਮ ਸਾਡਾ ਪਹਿਲਾਂ ਕਰਾ ਦਿਓ। ਯਾਰ ਜੇ ਅਸੀਂ ਪੂਰਾ ਪਾਰਸ਼ਦ ਹੈ, ਅਸੀਂ ਲੋਕਾਂ ਦੀ ਇੰਨੀ ਕੁ ਸੇਵਾ, ਇੰਨਾ ਕੁ ਕੰਮ ਕਰ ਚੁੱਕੇ, ਤਾਂ ਲੋਕ ਨਵੇਂ ਪਾਰਸ਼ਦ ਨੂੰ ਕਿਉਂ ਲੱਭਣਾ ਨਹੀਂ। ਦੂਜੀ ਗੱਲ, ਮੈਂ ਕਾਫੀ ਦਿਨ ਤੇ ਮੈਂ ਹੁਣ ਜਦ ਕੰਪੇਨਿੰਗ ਕਰਦਾ ਸਾਨੂੰ ਚੀਜ਼ਾਂ ਨਜ਼ਰ ਆਉਂਦੀਆਂ। ਤੁਸੀਂ ਦੇਖੋ I ਬਲੋਕ ਤੋਂ ਸ਼ੁਰੂ ਹੋ ਜਾਓ, ਲਾਲ ਟੈਂਕੀ ਤੱਕ ਰੋਡ ਬਣੀ ਵੀ। ਨੰਗਲ ਸ਼ਹਿਰ ਦਾ 80-90% ਲੋਕ ਸਾਡੇ ਜਿਹੜੇ ਵੋਟਰ ਨਾਗਰਿਕ ਹੈ, ਸਾਡੇ ਤੁਹਾਡੇ ਵਰਗੇ, ਉਸ ਰੋਡ ਤੇ ਸੈਰ ਕਰਦੇ। ਤੁਸੀਂ ਹੁਣ ਘਰ ਜਾਣਾ, ਤੁਸੀਂ ਐਕਟਿਵ ਨਜ਼ਰ ਮਾਰਿਓ, ਚਾਹੇ ਤੁਸੀਂ ਬਕਾਇਦਾ ਵੀਡੀਓ ਬਣਾ ਲਓ। I ਬਲੋਕ ਤੋਂ ਲੈ ਕੇ ਲਾਲ ਟੈਂਕੀ ਤੱਕ ਆਲੇ ਦੁਆਲੇ ਮੈਨੂੰ ਦੱਸ ਦਿਓ ਵੀ ਇੱਕ ਵੀ ਟੇਬਲ ਕਿਤੇ ਕੋਈ ਸਿਆਣੇ ਬਜ਼ੁਰਗ ਨੂੰ ਬੈਠਣ ਨੂੰ ਹੈ ਉੱਥੇ। ਕੌਂਸਲ ਦਾ ਕੰਮ ਹੈ ਨਾ ਕਿ BBMB ਦਾ। ਲੋਕਾਂ ਦੇ ਗਲੀਆਂ ਦਾ ਅਸੀਂ ਟੇਬਲ ਰਖਾਇਆ ਕਰਦੇ। ਉਹ ਯਾਰ ਭਲਿਓ ਮਾਨਸੋ, ਜਿਹਨੀ ਵਿਚਾਰੇ ਸੈਰ ਕਰਨੀ, ਕੋਈ ਸਿਆਣਾ ਬੰਦਾ, ਕੋਈ ਬਜ਼ੁਰਗ, ਕੋਈ ਬੰਦਾ ਰੈਸਟ ਕਰਨਾ ਚਾਹਵੇ, ਉੱਥੇ ਇੱਕ ਵੀ ਜਗ੍ਹਾ ਐਸੀ ਨਹੀਂ ਹੈ ਜਿੱਥੇ ਬੰਦਾ ਬੈਠ ਕੇ ਰੈਸਟ ਕਰ ਸਕਦਾ। ਸਾਡੀ ਗੱਲ ਹੋਈ ਸੀਗੀ ਪਮਾਈ ਨਾਲ ਬੈਂਚਾਂ ਬਾਰੇ, ਉਹ ਕਹਿੰਦੇ ਕਿ ਦਰਜਨਾਂ ਬੈਂਚ ਜਿਹੜੇ ਲਵਾਤੇ ਗਏ ਆ ਕਿੱਥੇ ਲੱਗੇ। ਮੈਂ ਉਹੀ ਕਹਿਣਾ, ਕਿੱਥੇ ਲੱਗੇ? ਲੋਕਾਂ ਦੇ ਘਰਾਂ ਮੋਰੇ। ਉੱਥੇ ਤਾਂ ਅਸੀਂ ਚੇਅਰਸ ਵੀ ਲੈ ਸਕਦੇ। ਗੱਲ ਉੱਥੇ ਆ ਗਈ ਨਾ ਵੀ ਜਿਹੜਾ ਮੇਰਾ ਕਲੋਜ਼ ਹੈ, ਮੈਂ ਉਹਦੇ ਘਰ ਮੋਰੇ ਟੇਬਲ ਲਵਾਤਾ। ਇਹ ਆਰੋਪ ਹੈ ਤੁਹਾਡਾ? ਆਰੋਪ ਹੀ ਹੈ ਜੀ। ਤੁਸੀਂ ਚਲੋ ਮੇਰੇ ਨਾਲ, ਤੁਸੀਂ ਚਲੋ ਸਰਵੇ ਕਰੋ। ਮੈਂ ਇਹ ਨਹੀਂ ਕਹਿੰਦਾ ਮੇਰਾ ਕੋਈ, ਮੈਂ ਜੀ ਕਿਸੇ ਵਾਸਤੇ ਸਪੈਸ਼ਲ ਇਹ ਕਰੂੰਗਾ ਨਾ। ਮੇਰਾ ਵਾਰਡ 8 ਪੂਰੇ ਸਭ ਮੇਰੇ ਬਰਾਬਰ ਹੈ। ਜਿਹਾ ਮੈਂ ਉਹਨਾਂ ਦਾ ਬੱਚਾ, ਮੈਂ ਉਹਨਾਂ ਦਾ ਭਰਾ, ਕਿਸੇ ਦਾ ਮੈਂ ਭਰਾ ਹੈ, ਕਿਸੇ ਦਾ ਬੱਚਾ ਹੈ। ਲੇਕਿਨ ਮੈਂ ਇੱਕ ਗੱਲ ਕਹਿੰਦਾ ਹੈ ਵੀ ਅਸੀਂ ਕਿਉਂ ਨਹੀਂ ਲੋਕਾਂ ਦੇ ਹਿੱਤ ਵਾਸਤੇ ਸੋਚਦੇ। ਤੁਸੀਂ ਮੈਨੂੰ ਇੱਕ ਗੱਲ ਦੱਸੋ, ਜਿਹੜਾ ਤੁਹਾਡਾ ਵਾਰਡ ਨਾ ਸਭ ਤੋਂ ਪੜ੍ਹੇ ਲਿਖੇ ਲੋਕਾਂ ਦਾ ਵਾਰਡ, ਆ ਸਭ ਤੋਂ ਅਨਪੜ੍ਹ ਵੀ ਤੁਹਾਡੇ ਵਾਰਡ 'ਚ ਹੀ ਹੈ। ਠੀਕ ਹੈ ਜੀ, ਹੈ ਨਾ? ਤੁਹਾਨੂੰ ਕੀ ਲੱਗਦਾ ਕਿਹਨਾਂ ਲੋਕਾਂ ਤੁਹਾਨੂੰ ਸਮਰਥਨ ਮਿਲ ਲੱਗਦਾ, ਪੜ੍ਹੇ ਲਿਖਿਆਂ ਦਾ ਜਾਂ ਅਨਪੜ੍ਹਾਂ ਦਾ? ਕਿਉਂਕਿ ਆਫੀਸਰ ਲੋਕ ਜਿਹੜੇ ਆ, BBA ਦੇ EMPLOYEES ਆ, ਸਾਰੇ ਤੁਹਾਡੇ ਵਾਰਡ 'ਚ ਹੀ ਹੈ। ਹਾਂਜੀ, ਇਸ ਮੁੱਦੇ ਪਰ ਮੈਂ ਅੱਗੇ ਗੱਲ ਕਰਦਾ। ਹਜੇ ਮੇਰੇ ਜਿਹੜੀ ਸਾਡੇ ਮੈਨੀਫੈਸਟੋ ਹੈ, ਮੈਂ ਉਹ ਤੁਹਾਨੂੰ ਬਣਾ ਰਿਹਾ। ਤੀਸਰੀ ਗੱਲ, ਸਾਡੇ ਜਿੰਨੇ ਆਊਟ ਹਾਊਸ ਹੈ, ਯਾਨੀ ਸਰਵੈਂਟ ਕੁਆਟਰਸ ਹੈ, ਉਹਨਾਂ ਦੀਆਂ ਮੈਕਸਿਮਮ ਸਾਡੇ ਏਰੀਏ 'ਚ ਹੈ ਨਾ, ਹਰ ਸਾਲ ਹਰ ਸੀਜ਼ਨ ਕੋਈ ਨਾ ਕੋਈ ਵਾਇਰਸ, ਕੋਈ ਨਾ ਕੋਈ ਬੈਕਟੀਰੀਆ ਅਫੈਕਟ ਕਰਦਾ। ਕਦੀ ਉਹ ਹੈ ਜੀ ਸਵਾਈਨ ਫਲੂ ਹੈ, ਕਦੀ ਇਹ ਹੈ ਜੀ, ਕਦੀ ਉਹ ਹੈ। ਹੈਲਥ ਇਸ਼ੂਜ਼ ਬਹੁਤ ਜ਼ਿਆਦਾ ਹੈ ਸਾਡੇ ਵਾਰਡ 'ਚ। ਠੀਕ ਹੈ, ਜਿਹੜਾ ਪੜ੍ਹੀ ਲਿਖੀ ਜਨਤਾ ਹੈ, ਜਿਹੜੇ ਮੇਨ ਸਾਡੇ BBMB ਦੇ ਆਫਿਸਰਸ ਹੈ, ਉੱਥੇ ਸਾਨੂੰ ਦਿੱਕਤ ਨਹੀਂ ਹੈ। ਜਿਹੜੇ ਆਊਟ ਹਾਊਸ ਦੇ ਕੁਆਟਰਸ ਹੈ, ਤੁਸੀਂ ਜਾ ਕੇ ਦੇਖ ਲਓ, ਚੱਲ ਪੋ, ਕਿਆ ਉੱਥੇ ਹੈਲਥ ਨੂੰ ਮੇਨਟੇਨੈਂਸ ਕਰਨੇ ਵਾਸਤੇ ਕੌਂਸਲ ਕਿਆ ਕਰਿਆ ਕਰਦੀ? ਕਿਆ ਸਾਡੇ ਪੂਰੇ ਪਾਰਸ਼ਦ ਨਹੀਂ ਦੇਖ ਰਹੇ? ਹੁਣ ਤਾਂ ਨਹੀਂ ਮੀਡੀਆ ਮੋਰੇ ਕਹਿਣਾ हमने ये कर दिया जी, हमने वो कर दिया, हमने फलाना कर दिया। ਮੈਂ ਇੱਕ ਗੱਲ ਕਹਿੰਦਾ, ਅਸੀਂ ਸਾਰੇ ਇਕੱਠੇ ਆ। ਮੈਂ ਉਹ ਤੇ ਲੱਗ ਨਹੀਂ ਹੈ, ਉਹ ਵੀ ਸਾਡਾ ਭਰਾ ਹੈ। ਲੇਕਿਨ ਅਸੀਂ ਜੇ ਸਾਨੂੰ
ਪਾਰਟੀ ਨੇ ਸਾਨੂੰ, ਸਾਡੇ ਵੋਟਰਸ ਨੇ ਜੇ ਸਾਨੂੰ ਕਿਸੇ ਕਾਬਿਲ ਬਣਾਇਆ ਹੈ, ਅਸੀਂ ਇਲੈਕਸ਼ਨ ਲੜ ਕੇ ਉਹਨਾਂ ਦੇ ਮੋਹਰੀਦਾਰ ਬਣੀਏ। ਉਹ ਬਣ ਕੇ ਜੇ ਅਸੀਂ ਉਹਨਾਂ ਦੇ ਮੋਹਰੀਦਾਰ ਹੋ ਕੇ ਉਹਨਾਂ ਦਾ ਮੁਖੜਾ ਰਹਿ ਕੇ ਅਸੀਂ ਕੰਮ ਨਹੀਂ ਕਰ ਸਕਦੇ, ਫਿਰ ਸਾਡਾ ਕੀ ਫਾਇਦਾ ਐਮਸੀ ਬਣਨ ਦਾ। ਠੀਕ ਹੈ ਜੀ, ਹੋ ਗਏ ਜੀ ਸਾਡੇ ਮੁੱਦੇ, ਮੈਨੀਫੈਸਟੋ ਹੋ ਗਏ। ਹੁਣ ਦੂਜੀ ਗੱਲ ਤੁਸੀਂ ਮੇਰੇ ਨਾਲ ਕੀਤੀ ਵੀ ਸਾਡੀ ਜਿਹੜੇ ਕੁਝ ਐਜੂਕੇਟਿਡ ਬੰਦੇ ਆ, ਕੁਝ ਸਾਡੇ ਆਊਟ ਹਾਊਸ ਹੈ। ਬਿਲਕੁਲ। ਤੁਸੀਂ ਮੈਨੂੰ ਇੱਕ ਗੱਲ ਦੱਸ ਦਿਓ, ਪੂਰੇ ਨੰਗਲ ਸ਼ਹਿਰ 'ਚ ਇੰਨੇ ਪਾਰਕ ਬਣ ਗਏ ਹੈ ਨਾ, ਸਾਡੇ ਵਾਰਡ ਨੰਬਰ 8 'ਚ ਕੋਈ ਹੈ ਸਰ? ਲਾਲ ਟੈਂਕੀ ਪਾਰਕ। ਲਾਲ ਟੈਂਕੀ ਪਾਰਕ, ਉਹ ਇੱਕ ਪੂਰੇ ਨੰਗਲ ਸ਼ਹਿਰ ਦਾ ਪਾਰਕ ਹੈ, ਉਹ ਵਾਰਡ ਨੰਬਰ 8 ਦਾ ਨਹੀਂ ਹੈ। ਜਿੰਨੇ ਕੁਆਟਰਸ ਹੈ ਉਹਨਾਂ ਦੇ ਵੀ ਸਪੇਸ ਖਾਲੀ ਛੱਡੇ ਹੋਏ, ਜਿੰਨੇ ਸਾਈਡ ਰੋਡ ਹੈ ਉਹ ਸਪੇਸ ਖਾਲੀ ਛੱਡੇ ਹੋਏ। ਅਸੀਂ 5 ਸਾਲ ਉੱਥੇ ਕੀ ਕੀਤਾ? ਹੁਣ ਅਸੀਂ ਮੈਂ ਕਹਿ ਦੇਣਾ ਜੀ ਵੀ ਮੈਂ ਜੀ ਉੱਥੇ ਗ੍ਰੀਨਰੀ ਕਰਾਵਾਂਗਾ। ਮੇਰੀ ਕੋਸ਼ਿਸ਼ ਕਿਆ ਹੈ ਕਿ ਅਸੀਂ ਪ੍ਰਾਇਰਟੀ ਬੇਸ ਤੇ ਹਰ ਜਿਹਦਾ ਐਨ ਬਲੋਕ ਹੈ, ਐਮ ਬਲੋਕ ਹੈ, ਉਹਦੇ 'ਚ ਅਸੀਂ ਬੱਚਿਆਂ ਵਾਸਤੇ ਨੋਟ ਆ ਜਿਮ, ਅਸੀਂ ਬੱਚਿਆਂ ਵਾਸਤੇ ਛੋਟੇ 2-2 ਜਾਂ 3-3 ਝੂਲੇ ਲਵਾਣੇ। ਇਹ ਸਾਡਾ ਮੇਨ ਮੁੱਦਾ। ਇਹ ਤੋਂ ਇਲਾਵਾ ਜਿਹੜਾ ਅਸੀਂ ਕਹਿੰਦੇ ਵੀ ਜੀ ਰੋਜ਼ਗਾਰ ਹੈ ਨਾ, ਹੁਣ ਸਾਡੇ ਦੂਜੇ ਕੈਂਡੀਡੇਟ, ਸਾਡੇ ਓਪੋਜੀਸ਼ਨ ਦੇ ਕੈਂਡੀਡੇਟ ਕਹਿੰਦੇ ਜੀ ਅਸੀਂ BBMB ਨੂੰ ਕਹਿ ਕੇ ਆਊਟ ਹਾਊਸ ਦੇ ਬੰਦਿਆਂ ਨੂੰ ਅਸੀਂ ਰੋਜ਼ਗਾਰ ਕਰਾਂਗੇ। ਤੁਸੀਂ ਮੈਨੂੰ ਇੱਕ ਦੱਸੋ ਜੀ, ਅਸੀਂ ਹੁਣ ਪਾਰਸ਼ਦ ਬਣਨ ਲੱਗੇ, BBMB ਜਿਹੜੇ ਆਫੀਸਰਸ ਹੈ ਉਹਨਾਂ ਦੇ ਆਊਟ ਹਾਊਸ ਦੇ ਜਿਹੜੇ ਬੰਦੇ ਉਹ ਕਿੰਨੇ ਸਾਲਾਂ ਤੇ ਰਿਹਾ ਕਰਦੇ, ਉਹਨਾਂ ਨੂੰ ਰੱਖਣਾ ਨਾ ਰੱਖਣਾ BBMB 'ਚ ਕਿਆ ਹੈ, ਉਹ ਕੌਂਸਲ BBMB ਨੂੰ ਪ੍ਰੈਸ਼ਰ ਨਹੀਂ ਕਰ ਸਕਦੀ। BBMB ਨੇ ਆਪਣੇ ਲੈਵਲ ਤੇ ਜੋ ਉਹਨਾਂ ਦੀ ਉਹ ਕਰਨੀ, ਰਿਕਰੂਟ ਕਰਨਾ, ਉਹ ਨਹੀਂ ਕਰਨਾ। ਪਰ ਰੋਜ਼ਗਾਰ ਕਿੱਦਾਂ ਕੌਂਸਲ ਦੇ ਸਕਦੀ? ਠੀਕ, ਇੱਕ ਵਾਰ ਕਿੰਨੇ ਸਫਾਈ ਵਾਲੇ ਆ ਜੀ? 2 ਬੰਦੇ ਹੈ ਨਾ। ਪਾਰਕ ਬਣੇ ਜੀ, ਪਾਰਕਾਂ ਦੀ ਸਫਾਈ ਕੌਣ ਕਰਿਆ ਕਰਦਾ? ਉਹੀ ਸਫਾਈ ਸੇਵਕ। ਝੂਲਿਆਂ ਦੀ ਮੇਨਟੇਨੈਂਸ ਕੌਣ ਦੇਖਿਆ ਕਰਦਾ? ਉਹੀ ਸਫਾਈ ਸੇਵਕ। ਉਹ ਯਾਰ ਕਮਾਲ ਹੈ। ਨੰਗਲ ਕੌਂਸਲ ਕੋਲ ਕਿੰਨਾ ਬਜਟ ਹੈ, ਕਿੰਨਾ ਬਜਟ ਹੈ ਨੰਗਲ ਕੌਂਸਲ ਕੋਲ। ਜੇ ਅਸੀਂ ਪਾਰਕ ਬਣਾਏ ਸਾਨੂੰ ਕੋਈ ਦਿੱਕਤ ਨਹੀਂ ਹੈ। ਜੇ ਕਹੋ ਜੀ BJP ਆਉਂਗੀ ਜੀ, BJP ਕਹਿੰਦੀ ਅਸੀਂ ਪਾਰਕ ਜਿਮ ਤੋੜ ਦੇਣੇ, ਕਿਉਂ? ਉਹ ਵੀ ਕੌਂਸਲ ਨੇ ਬਣਾਏ, ਕੌਂਸਲ ਸਾਡੀ ਆਪਣੀ ਹੈ। ਜਿਮ ਬਣੇ ਬਹੁਤ ਚੰਗੀ ਗੱਲ, ਲੇਕਿਨ ਅਸੀਂ 2 ਬੰਦੇ ਜਿਮ ਦੀ ਮੇਨਟੇਨੈਂਸ ਵਾਸਤੇ ਕਿਉਂ ਨਹੀਂ ਅਪਾਇੰਟ ਕਰ ਸਕਦੇ? 2 ਬੰਦੇ ਰੋਜ਼ਗਾਰ ਪਿਆ। ਜਦੋਂ ਅਸੀਂ ਪਾਰਕ ਮੇਨਟੇਨ ਕਰਨੇ ਸਾਈਡ ਰੋਡ ਤੇ, ਅਸੀਂ ਦੇਖੋ ਨੰਗਲ ਕਹਿੰਦੇ ਜੀ ਨੰਗਲ ਮਿੰਨੀ ਚੰਡੀਗੜ੍ਹ ਹੈ। ਉਹ ਮੇਰੇ ਵੀਰੋ, ਮੇਰੇ ਕੌਂਸਲ ਦੇ ਅਫਸਰੋ, ਮਿੰਨੀ ਚੰਡੀਗੜ੍ਹ ਬਣਾ ਕੇ ਬਣਦਾ, ਕਹਿਣ ਨਾਲ ਨਹੀਂ ਬਣਦਾ। ਤੁਸੀਂ ਮੈਨੂੰ ਇੱਕ ਗੱਲ ਦੱਸੋ, ਚੰਡੀਗੜ੍ਹ ਚਲੇ ਆਓ, ਹਰ ਸੈਕਟਰ 'ਚ ਪਾਰਕ ਹੈ, ਉਹਨੂੰ ਕੌਣ ਮੇਨਟੇਨ ਕਰਿਆ ਕਰਦਾ? ਕੌਂਸਲ ਮੇਨਟੇਨ ਕਰਦੀ, ਉੱਥੇ BBMB ਤਾਂ ਨਹੀਂ ਹੈ ਨਾ। ਜਦੋਂ ਅਸੀਂ ਇੰਨਾ ਬਜਟ ਸਾਡੀ ਕੌਂਸਲ ਛੋਣ ਦੇ ਬਾਵਜੂਦ ਅਸੀਂ ਕਿਉਂ ਇਹ ਚੀਜ਼ ਨਹੀਂ ਸੋਚਦੇ ਇਸ ਬਾਰੇ? ਲੋਕ ਦੂਰ ਦੂਰ ਤੇ ਨੰਗਲ ਦੀ ਖੂਬਸੂਰਤੀ ਦੇ, ਮਤਲਬ ਤੁਹਾਡਾ ਕਹਿਣ ਦਾ ਕਿ ਅਗਰ ਤੁਸੀਂ ਪਾਰਸ਼ਦ ਬਣਦੇ ਤਾਂ ਰੋਜ਼ਗਾਰ ਦੇ ਸਾਧਨ ਵੀ ਬਿਲਕੁਲ ਹੋਣਗੇ। ਉਹ ਕਿੱਦਾਂ ਹੋਣੇ, ਉਹ ਮੈਂ ਤੁਹਾਨੂੰ ਦੱਸਣ ਲੱਗਾ ਵੀ ਜਿਹੜੇ 2 ਅਸੀਂ ਸਫਾਈ ਕੀਪਰ ਸੇਵਕ ਲਾਏ ਵੇ, ਅਸੀਂ 2 ਦੇ 4 ਕਿਉਂ ਨਹੀਂ ਕਰਦੇ? ਕਿੱਡੇ ਬੜੇ ਬੜੇ ਵਾਰਡ ਹੈ, ਕੋਈ ਛੋਟੇ ਵਾਰਡ ਨਹੀਂ ਹੈ। ਅਸੀਂ 2 ਬੰਦੇ ਡਿਊਟੀ ਲਾਈ ਵੀ ਜੋ ਸਾਰੇ ਕੰਮ ਕਰੂੰਗੇ ਵਾਰਡ ਦੇ, ਕਿਉਂ? ਜਦ ਸਾਡੇ ਕੋਲ ਸਭ ਬਜਟ ਹੈ, 2 ਬੰਦੇ ਦੀ ਬਜਾਏ ਅਸੀਂ 4 ਸਫਾਈ ਸੇਵਕ ਲਾਣੇ ਚਾਹੀਦੇ, 2 ਜਿਮ ਦੀ ਮੇਨਟੇਨੈਂਸ ਵਾਸਤੇ ਚਾਹੀਦੇ, 2 ਬੰਦੇ ਅਸੀਂ ਜਿਹੜੇ ਪਾਰਕ ਉਹਦੇ ਕਿਆਰੇ ਵਾਸਤੇ। ਜੇ ਅਸੀਂ ਇੱਕ ਵਾਰਡ 'ਚ 6-6 ਬੰਦੇ ਅਸੀਂ ਪਾਰਸ਼ਦ ਆਪਣੇ ਸਫਾਈ ਸੇਵਕ ਲਾ ਸਕਦੇ, 4 ਬੰਦੇ ਰੋਜ਼ਗਾਰ ਵੱਧਦਾ ਹੈ। ਅਸੀਂ ਇਸ ਵਾਸਤੇ ਨਹੀਂ ਸੋਚਦੇ। तो साड़ी गलबात चल रही है डॉक्टर रोहित सिंधल ਨਾਲ। गलबात का सिलसिला आगे जारी रहूगा, लेकिन छोटा सा ब्रेक ले लेने हैं। ब्रेक के बाद फिर मिलते हैं। अब आपके अपने शहर नंगल की MP कोठी मार्केट में रॉयल स्वीट्स पर बेकरी की दुकान खुल गई है। यहाँ आपको मिलेंगे अपनी डायरी के शुद्ध दूध से बनी मिठाई, दही, पनीर व दूध। इसके अलावा पेस्ट्री और आपकी पसंद के अनुसार स्वादिष्ट व उत्तम क्वालिटी के वैष्णो केक भी। तो एक बार सेवा का मौका जरूर दें। इस कार्यक्रम के प्रायोजक थे बापू गंगादास जी TVS शोरूम कीरतपुर साहिब। यहाँ से TVS की कोई भी गाड़ी खरीदने पर मिलेंगे 3 आकर्षक उपहार। नकद गाड़ी खरीदने पर 2500 रुपए की छूट, फाइनेंस की सुविधा उपलब्ध, 4100 का भुगतान कर कोई भी गाड़ी ले जाएं अपने घर। वसीम गारमेंट मेन मार्केट वाली दुकान बदलकर अब नंगल भाखड़ा मुख्य मार्ग पर खुल गई है। यहाँ आपको मिलेंगे बच्चों से लेकर लेडीज व जेंट्स के एक से बढ़कर एक खूबसूरत डिजाइनों के ब्रांडेड कपड़े,
वह भी होलसेल रेट पर, तो जरूर एक बार सेवा का मौका दें। गॉसिप द कैफे लेकर आया है अपने ग्राहकों के लिए एक नया ऑफर। हर मंगलवार एक पिज्जे के साथ पाए एक पिज्जा फ्री, बाय वन गेट वन फ्री। सही काम, सही दाम, सही नाम। विजय ज्वेलर्स नंगल डैम। ਸਵਾਗਤ ਹੈ ਜੀ ਇੱਕ ਵਾਰੀ ਫੇਰ ਤੁਹਾਡੇ ਰੂਬਰੂ ਕਰ ਰਹੇ ਹਾਂ ਡਾਕਟਰ ਰੋਹਿਤ ਸੰਦਲ ਨੂੰ, ਵਾਰਡ ਨੰਬਰ 8 ਤੋਂ ਜੋ ਨੰਗਲ ਨਗਰ ਕੌਂਸਲ ਦੇ ਚੁਣਾਵ ਲੜ ਰਹੇ ਆ। ਡਾਕਟਰ ਸਾਹਿਬ ਇੱਕ ਚੀਜ਼ ਦੱਸੋ, ਜਿਹੜੀ ਤੁਹਾਡੀ ਪਾਰਟੀ 'ਚ ਹੈ ਨਾ, ਪਾਰਟੀ ਦੇ ਵਿੱਚ ਗੁੱਟਬਾਜੀ ਇੰਨੀ ਹੈਵੀ ਹੈ, ਤਿੰਨ ਚਾਰ ਗੁੱਟ ਜਿਹੜੇ ਕੰਮ ਕਰ ਰਹੇ ਆ, ਕਿੱਦਾਂ ਲੱਗਦਾ ਤੁਸੀਂ ਚੁਣਾਵ ਜਿੱਤ ਪਾਓਗੇ? ਦੇਖੋ ਇਦਾਂ ਹੈ, ਪਾਰਟੀ 'ਚ ਗੁੱਟਬਾਜੀ ਦੀ ਜਿਹੜੀ ਗੱਲ ਹੈ ਇਹ ਅਸੀਂ ਤੁਸੀਂ ਲੋਕ ਸੋਚਦੇ ਆ, ਲੇਕਿਨ ਜਦੋਂ ਇੱਕ ਪਲੇਟਫਾਰਮ ਭਾਰਤੀ ਜਨਤਾ ਅਸੀਂ ਨਹੀਂ ਪਾਰਟੀ, ਸੋਚਦੇ ਡਾਕਟਰ ਸਾਹਿਬ, ਸੋਚੋ, ਅਸੀਂ ਨਹੀਂ ਸੋਚਦੇ। ਅੱਜ ਤਾਂ ਸਿਰਫ ਸਵਾਲ ਕਰਨਾ ਹੁੰਦਾ, ਇਹ ਜੱਗ ਜ਼ਾਹਿਰ ਗੱਲ ਹੈ, ਇਹਨੂੰ ਤੁਸੀਂ ਇੱਥੇ ਪਰਦਾ ਨਹੀਂ ਪਾ ਸਕਦੇ। ਦੇਖੋ ਜਿੱਥੇ ਭਾਰਤੀ ਜਨਤਾ ਪਾਰਟੀ ਦਾ ਨਾਮ ਆ ਗਿਆ ਹਾਂ। ਉੱਥੇ ਸਾਰੇ ਗੁੱਟ ਇਕੱਠੇ ਹੋ ਕੇ ਹੀ ਚੁਣਾਵ ਲੜਨਾ। ਜੇ ਸਾਰੇ ਕਹਿੰਦੇ ਵੀ ਜੀ ਪਾਰਟੀ 'ਚ ਗੁੱਟਬਾਜੀ ਹੈ, ਸਾਡੇ ਵਾਰਡ 'ਚ ਕੋਈ ਹੋਰ, ਮੈਂ ਮੇਰੇ ਦੋਨਾਂ ਨਾਲ ਹੀ ਆਸ਼ੀਰਵਾਦ ਹੈ ਮੇਰੇ ਸਿਰ ਪਰ, ਉਹ ਵੀ ਸਾਡੇ ਸੀਨੀਅਰ ਲੀਡਰ ਹੈ। ਤੁਸੀਂ ਵੀ ਮੰਨ ਲਿਆ ਨਾ, ਫਿਰ ਜੇ ਦੋਹਾਂ ਦਾ ਆਸ਼ੀਰਵਾਦ ਕਿਹਾ ਮੈਂ ਦੱਸਣ ਲੱਗਾ। ਤੇ ਮੰਨ ਲਿਆ ਨਾ ਇਸ ਚੀਜ਼ ਨੂੰ। ਮੈਂ ਦੱਸਣ ਲੱਗਾ ਨਾ, ਸਾਡੇ ਐਦੇ ਬਜ਼ੁਰਗ, ਹੁਣ ਤੁਸੀਂ ਮੇਰੇ ਤੇ ਬੜੇ ਆ, ਤੁਸੀਂ ਮੇਰੇ ਪਰ ਆਸ਼ੀਰਵਾਦ ਦਿੱਤਾ ਵਾ। ਪਾਰਟੀ ਜਿਹੜਾ ਨੁਮਾਇੰਦਾ ਸਾਡੀ ਪਾਰਟੀ ਜਿਸ ਜ਼ਿੰਮੇਵਾਰੀ ਉਹਨੂੰ ਮਿਲੀ ਵੀ ਹੈ, ਉਹ ਸਾਡੇ ਸੀਨੀਅਰਸ ਹੈ। ਠੀਕ, ਹਾਈ ਕਮਾਂਡ 'ਚ ਕਿਆ ਹੋਇਆ ਕਰਦਾ, ਮੈਂ ਇੱਕ ਬਹੁਤ ਛੋਟਾ ਜਿਹਾ ਇੱਕ ਸੇਵਕ ਹੈ ਪਾਰਟੀ ਦਾ, ਕਾਰਜਕਰਤਾ ਹੈ। ਜੋ ਪਾਰਟੀ ਨੇ ਸਾਨੂੰ ਹੁਕਮ ਦੇਣਾ, ਅਸੀਂ ਪਾਰਟੀ ਨਾਲ ਚੱਲਣਾ। ਅਸੀਂ ਸੰਗਠਨ ਨਾਲ ਜੁੜੇ ਹੋਏ। ਭਾਰਤੀ ਜਨਤਾ ਪਾਰਟੀ ਇੱਕ ਸੰਗਠਨ ਹੈ, ਉਹ ਇੱਕ ਸਿੰਗਲ ਬੰਦੇ ਨਾਲ ਪਾਰਟੀ ਨਾਲ ਅਟੈਚ ਨਹੀਂ ਹੈ। ਜਿਹੜਾ ਵਿਪਕਸ਼ ਹੈ ਨਾ, ਵਿਪਕਸ਼ ਦਾ ਸਿੱਧਾ ਆਰੋਪ ਹੈ ਕਿ ਜਿਹੜੀ ਤੁਹਾਡੀ ਬਰਾਤ ਨਾ, ਉਹ ਬਿਨਾਂ ਦੁੱਲੇ ਤੋਂ ਬਰਾਤ ਚੱਲ ਰਹੀ ਹੈ ਇਸ ਵੇਲੇ। ਤਾਂ ਕਿ ਜੀ ਅਸੀਂ ਮੰਨ ਲੈਨੇ ਗੱਲ, ਅਸੀਂ ਵਿਪਕਸ਼ ਦਾ ਪੂਰਾ ਠੀਕ ਹੈ ਸਮਰਥਨ ਕਰਦੇ, ਜੋ ਕਹਿੰਦੇ ਬਿਨਾਂ ਦੁੱਲੇ ਦੀ ਬਰਾਤ ਚੱਲਦੀ, ਕੋਈ ਦਿੱਕਤ ਨਹੀਂ। ਜੋ ਬਰਾਤ ਫਤਿਹ ਕਰੂਗੀ, ਦੁੱਲਾ ਉਹਨਾਂ ਨੂੰ ਦੇਖ ਜਾਣਾ ਕਿਹੜਾ ਹੈ। ਕੋਈ ਐਸਾ ਸਾਨੂੰ ਕੋਈ ਦਿੱਕਤ ਨਹੀਂ ਹੈ। ਜੋ ਕਹਿ ਰਹੇ ਹੈ, ਬੋਲ ਰਹੇ ਹੈ, ਸਾਨੂੰ ਕੋਈ ਫਰਕ ਨਹੀਂ। ਦੇਖੋ 5 ਸਾਲ ਉਹਨੇ ਕੌਂਸਲ 'ਚ ਰਾਜ ਕੀਤਾ। ਜੇ ਅਸੀਂ ਇੱਕ ਗੱਲ ਕਹਿੰਦੇ 5 ਸਾਲ ਕੌਂਸਲ 'ਚ ਰਹਿ ਕੇ ਕੁਝ ਚੰਗਾ ਕੀਤਾ ਵਾ ਹੁੰਦਾ ਤਾਂ ਐਨੇ ਆਰੋਪ ਬੇਆਰੋਪ ਲਾਉਣ ਦੀ ਲੋੜ ਹੀ ਨਹੀਂ ਸੀ। ਸਰ ਤੁਸੀਂ ਆਰੋਪ ਲਾਉਂਦੇ ਹੋ ਵੀ ਉਹ ਸੱਤਾ 'ਚ ਰਹੇ ਤਾਂ ਉਹਨਾਂ ਨੇ ਇਹ ਕਰਤਾ, ਲੇਕਿਨ ਆਰੋਪ ਤਾਂ ਤੁਹਾਨੂੰ ਵੀ ਬਹੁਤ ਲੱਗਦੇ ਆ ਵੀ ਭ੍ਰਸ਼ਟਾਚਾਰ ਦਾ ਅੱਡਾ ਜਿਹੜਾ ਸੀਗਾ ਉਹ ਨੰਗਲ ਨਗਰ ਕੌਂਸਲ ਉਸ ਵੇਲੇ ਸੀ ਜਿਸ ਵੇਲੇ ਬੀਜੇਪੀ ਉੱਥੇ ਸਰਕਾਰ ਸੀਗੀ। ਇੱਕ ਆ ਤੁਸੀਂ ਬਣਾਇਆ ਸੀ ਸਵੀਮਿੰਗ ਪੂਲ, ਹੈ ਨਾ, ਉੱਥੇ ਆਰੋਪ ਲੱਗਦਾ ਕਿ ਬੰਦਾ ਕੋਟ ਪੈਂਟ ਵੀ ਪਾ ਕੇ ਚੱਲ ਜਾਵੇ ਤਾਂ ਵੀ ਪਾਣੀ ਨਹੀਂ ਗਿੱਲਾ ਹੋਊਗਾ। ਤਾਜ਼ਾ ਆਰੋਪ। ਹਾਂ, ਗੱਲ ਏਦਾਂ ਹੈ ਜੀ, ਮੈਂ ਤਾਂ ਹੈਗਾ ਹਜੇ ਨਵਾਂ, ਮੈਨੂੰ ਫਸਟ ਚਾਂਸ ਪਾਰਟੀ ਨੇ ਦਿੱਤਾ। ਪੁਰਾਣੀ ਕੌਂਸਲ 'ਚ ਕਿਆ ਹੋਇਆ ਕਿਆ ਨਹੀਂ ਹੋਇਆ, ਦੇਖੋ ਮੈਂ ਮੇਰੀ ਆਦਤ ਹੈ, ਮੈਂ ਕਿਸੇ ਨੂੰ ਗਲਤ, ਜਦ ਤੱਕ ਮੈਨੂੰ ਪ੍ਰੋਪਰ ਇਹਦਾ ਪ੍ਰੋਪਗੈਂਡਾ ਨਹੀਂ ਪਤਾ ਹੋਊਗਾ, ਮੈਂ ਕਿਸੇ ਪਰ ਆਰੋਪ ਵਿਰੋਪ ਨਹੀਂ ਲਗਾਉਂਦਾ। ਜੇ ਹੁਣ ਗੱਲ ਆ ਗਈ ਸਾਡੇ ਓਪੋਜੀਸ਼ਨ 'ਚ ਕਿ ਮੈਂ ਜੀ ਪੁਰਾਣੇ ਪੂਰੇ ਪਾਸੇ ਤੋਂ ਇਹ ਕਿਹਾ ਕਰਦਾ, ਉਹ ਕਰਦਾ, ਬੇਵਕੂਫੀ ਆ, ਉਹ ਨਾ ਮੈਂ ਕਰਦਾ ਨਾ ਮੈਂ ਕਰਨਾ ਚਾਹੁੰਦਾ। ਮੈਂ ਇੱਕ ਗੱਲ ਕਹਿੰਦਾ, ਠੀਕ ਹੈ, ਜੋ ਪੁਰਾਣੀ ਕੌਂਸਲ ਬੀਜੇਪੀ ਨੇ ਆਪਣੇ ਟਾਈਮ ਜੋ ਕੀਤਾ ਨਹੀਂ ਕੀਤਾ, ਉਸ ਟਾਈਮ ਮੈਂ ਵਿੱਚ ਨਹੀਂ ਸੀ। ਅਸੀਂ ਇੱਕ ਸਿੰਪਲ ਨਾਗਰਿਕ ਸੀ ਉਸ ਟਾਈਮ, ਇੱਕ ਸੋਸ਼ਲ ਵਰਕਰ ਥੇ। ਠੀਕ ਹੈ, ਪਾਰਟੀ ਨੇ ਇੰਨੀ ਕੁ ਮੈਨੂੰ ਓਪਰਚੁਨਿਟੀ ਦਿੱਤੀ, ਉਹਨੇ ਮੇਰੇ ਪਰ ਵਿਸ਼ਵਾਸ ਕਰਕੇ ਮੈਨੂੰ ਇੱਕ ਕੈਂਡੀਡੇਟ ਬਣਾਇਆ 8 ਨੰਬਰ ਵਾਰਡ ਦਾ। ਮੈਂ ਆਪਣੇ ਸ਼ਹਿਰ ਦੀ ਜਨਤਾ, ਆਪਣੇ ਵਾਰਡ ਦੀ ਜਨਤਾ ਔਰ ਆਪਣੀ ਪਾਰਟੀ ਨੂੰ ਇੱਕ ਅਪੀਲ ਕਰਦਾ ਹੈ ਕਿ ਜੋ ਸੋਚ ਕੇ ਤੁਸੀਂ ਮੈਨੂੰ ਬਣਾਓਗੇ, ਵੋਟ ਪਾਓਗੇ, ਜੋ ਪਾਰਟੀ ਨੇ ਸਾਡੇ ਵਿਸ਼ਵਾਸ ਜਤਾਇਆ, ਉਹ ਮੈਂ ਕਦੀ ਉਹਨੂੰ ਨਕਾਰ ਨਹੀਂ ਸਕਦਾ। ਉਹ ਮੈਂ ਹਮੇਸ਼ਾ ਹੀ ਸਿਰ ਮੱਥੇ ਰੱਖੂੰਗਾ ਔਰ ਤੁਹਾਡੀ ਨਜ਼ਰਾਂ 'ਚ ਖਰਾ ਉਤਰੂੰਗਾ। ਅੱਛਾ ਚਲੋ ਠੀਕ ਹੈ, ਜੋ ਤੁਸੀਂ ਇਹ ਗੱਲ ਕਹਿੰਦੇ ਹੋ, ਨਵੇਂ ਹੋ ਤੁਸੀਂ, ਇੱਕ ਗੱਲ ਦੱਸੋ, ਜਿਹੜੇ ਇਹ ਕੁਛ ਦੇਰ ਪਹਿਲਾਂ ਤੱਕ ਨੰਗਲ ਨੂੰ ਪੇਵਰਾਂ ਸ਼ਹਿਰ ਕਿਹਾ ਜਾ ਰਿਹਾ ਸੀਗਾ, ਅੱਜ ਕੱਲ੍ਹ ਓਪਨ ਜਿੰਮਾਂ ਦਾ ਸ਼ਹਿਰ ਕਿਹਾ ਜਾ ਰਿਹਾ, ਤੁਹਾਨੂੰ ਲੱਗਦਾ ਕਿ ਜਗ੍ਹਾ ਜਿਹੜੇ ਜਿੰਮ ਲੱਗ ਰਹੇ ਇਹ ਠੀਕ ਹੈ, ਜਾਇਜ਼ ਹੈ? ਦੇਖੋ ਹੁਣ ਪਹਿਲਾਂ ਵੀ ਆਪਾਂ ਇਹੀ ਗੱਲ ਕੀਤੀ ਵੀ ਸ਼ਹਿਰ ਨੂੰ ਸੁੰਦਰਤਾ ਮੇਨਟੇਨ ਕਰਨੇ ਵਾਸਤੇ ਕੋਈ ਕੌਂਸਲ ਦਾ ਕੰਮ ਕਿਆ ਹੈ, ਸ਼ਹਿਰ ਨੂੰ ਡਿਵੈਲਪ ਕਰਨਾ। ਅਸੀਂ ਮੰਨਦੇ ਗੱਲ, ਠੀਕ ਹੈ ਜੀ, ਪਹਿਲਾਂ ਪੇਵਰ ਲਾਏ, ਪੇਵਰ ਲੱਗ ਗਏ, ਉਹਦਾ ਕੰਮ ਖਤਮ ਹੋ ਗਿਆ। ਜਿਮ ਲੱਗ ਰਹੇ, ਉਹਨਾਂ ਦਾ ਕੰਮ ਖਤਮ ਹੋ ਗਿਆ।
ਇੱਕ ਗੱਲ ਮੈਂ ਕਹਿੰਦਾ ਵੀ ਅਸੀਂ ਡਿਵੈਲਪ ਔਰ ਮੇਨਟੇਨ, ਇਹ ਦੋ ਚੀਜ਼ਾਂ ਹੈ। ਸ਼ਹਿਰ ਨੂੰ ਡਿਵੈਲਪ ਕਰਕੇ ਛੱਡਤਾ ਖਤਮ ਹੋ ਜਾਏਗਾ, ਜ਼ੀਰੋ ਹੋ ਜਾਣਾ ਜੋ ਅਸੀਂ ਮਿਹਨਤ ਕੀਤੀ। ਮੇਨਟੇਨ ਕਰਨਾ, ਮੇਨਟੇਨ ਕਰਨ ਨਾਲ ਦੋ ਬੈਨੀਫਿਟ, ਇੱਕ ਤਾਂ ਬੇਰੋਜ਼ਗਾਰੀ ਖਤਮ ਹੋਊਗੀ, ਰੋਜ਼ਗਾਰ ਵਧੂਗਾ। ਦੂਜਾ ਜੋ ਅਸੀਂ ਡਿਵੈਲਪ ਕਰ ਚੁੱਕੇ ਹੈ ਉਹਨੂੰ ਮੇਨਟੇਨ ਕਰਾਂਗੇ ਤਾਂ ਹੀ ਸ਼ਹਿਰ ਸੁੰਦਰ ਲੱਗੂਗਾ। ਇੱਕ ਚੀਜ਼ ਜੇ ਅਸੀਂ ਅੱਜ ਲਾਣਾ ਮਸ਼ੀਨਾਂ ਲਾ ਦਈਏ, ਟੈਂਡਰ ਖੋਲਤਾ, ਮਸ਼ੀਨਾਂ ਖੜੀਆਂ ਕਰਤੀਆਂ, ਉਹ ਤੁਸੀਂ ਅੱਜ ਅੱਧੇ ਕਿ ਜਿਮ ਦਾ ਟੁੱਟ ਗਏ ਵੇ, ਉਹਨੂੰ ਮੇਨਟੇਨ ਕਿਹਦਾ ਕਰਨਾ ਚਾਹੀਦਾ ਕੰਮ ਹੈ। ਅਸੀਂ ਤੁਸੀਂ ਨਾਗਰਿਕ ਨੇ ਤਾਂ ਉਹਦੇ ਉੱਪਰ ਚੜ੍ਹ ਕੇ ਐਕਸਰਸਾਈਜ਼ ਕਰਨੀ, ਨਾ ਕਿ ਉਹ ਨੱਟ ਜੋੜਨੇ, ਉਹ ਕੰਮ ਹੈ ਕੌਂਸਲ ਦਾ। ਇੱਕ ਚੀਜ਼ ਦੱਸੋ, ਨੰਗਲ ਨਗਰ ਕੌਂਸਲ ਜਾਂ ਭਾਜਪਾ ਦੇ ਸਦਾ ਸੀਗੀ ਤੇ ਪੱਤਰਕਾਰਾਂ ਨੂੰ ਐਂਟਰੀ 'ਚ ਰੋਕ ਲਾਤੀ ਸੀਗੀ ਵੀ ਜਿਹੜੀ ਵਿਕਾਸ ਕਹਿ ਰਹੇ ਨੂੰ ਲੈ ਕੇ ਹਰ ਮਹੀਨੇ ਬੈਠਕ ਹੁੰਦੀ ਹੈ, ਉੱਥੇ ਪੱਤਰਕਾਰ ਦੀ ਐਂਟਰੀ ਨਹੀਂ ਹੋਊਗੀ। ਤੁਹਾਡਾ ਕੀ ਇਰਾਦਾ ਹੈ? ਮੈਂ ਇੱਕ ਇਹ ਗੱਲ ਮੇਰੇ ਜ਼ਿਹਨ 'ਚ ਵੀ ਹੈ ਕਿ ਜੋ ਅਸੀਂ ਅੰਦਰ ਬੈਠ ਕੇ ਕਰਦੇ ਹੋ ਸਾਡੇ ਆਮ ਨਾਗਰਿਕ ਨੂੰ ਕਿਉਂ ਨਹੀਂ ਪਤਾ ਲੱਗਦੀ, ਜਦ ਕਿ ਸਾਨੂੰ ਉੱਥੇ ਕੀ ਨਹੀਂ ਪਹੁੰਚਾਇਆ, ਸਾਡੇ ਵੋਟਰਸ ਨੇ, ਸਾਡੀ ਜਨਤਾ ਨੇ। ਮੈਂ ਅੱਜ ਵੀ ਇਹ ਰਿਕੁਐਸਟ ਕਰਦਾ ਹੈ, ਮੈਂ ਆਪਣੀ ਪਾਰਟੀ ਨੂੰ ਵੀ, ਹਾਈ ਕਮਾਂਡ ਨੂੰ ਵੀ ਅੱਗੇ ਰੱਖਾਂਗਾ ਵੀ ਸਾਡੀ ਕੌਂਸਲ ਬਣਨ ਤੋਂ ਬਾਅਦ ਸਾਡਾ ਸਭ ਤੋਂ ਪਹਿਲਾ ਜਿਹੜਾ ਮੇਨ ਮੁੱਦਾ, ਮੇਰੀ ਤਾਂ ਇੱਛਾ ਹੈਗੀ ਵੀ ਮੈਂ ਅਗਰ ਸਾਡੀ ਜਨਤਾ ਸਾਨੂੰ ਜਿਤਾਊਗੀ ਔਰ ਅਸੀਂ ਐਮਸੀ ਬਣ ਕੇ ਆਪਣੇ ਕੌਂਸਲ ਦੇ ਜੋ ਦਫ਼ਤਰ ਜਾਊਂਗੇ, ਮੇਰੀ ਇੱਛਾ ਤਾਂ ਇਹ ਹੈ ਮਹਾਮਾਈ ਅੱਗੇ ਵੀ ਮੈਂ ਮੱਥਾ ਟੇਕਦਾ ਕਿ ਮੇਰੇ ਤੋਂ ਪਹਿਲਾਂ ਸਾਡਾ ਮੀਡੀਆ ਅੰਦਰ ਜਾਵੇ। ਤੇ ਤੁਹਾਨੂੰ ਲੱਗਦਾ ਕਿ ਜੋ ਪਹਿਲਾਂ ਕੀਤਾ ਤੁਹਾਡੀ ਸਰਕਾਰ ਨੇ ਉਹ ਗਲਤ ਕੀਤਾ? ਦੇਖੋ ਮੈਂ ਹੁਣ ਉਹੀ ਗੱਲ ਕੀਤੀ ਵੀ ਪਹਿਲਾਂ ਕਿਆ ਕੀਤਾ ਕਿਆ ਨਹੀਂ, ਤਦ ਮੈਂ ਕੁਛ ਮੇਰੇ 'ਚ ਨਾ ਇੱਦਾਂ ਦਾ ਕੋਈ ਕੌਂਸਲਰ ਬਣਨ ਦੀ ਇੱਛਾ ਸੀ ਕਿ ਮੈਂ ਜੀ ਪੋਲੀਟਿਕਸ ਆ ਜਾਣਾ ਚਾਹੁੰਦਾ। ਇੱਕ ਸੋਸ਼ਲ ਵਰਕ, ਅੱਜ ਅਸੀਂ ਕਲੀਨਿਕ ਬੈਠ ਕੇ, ਮੇਰਾ ਕਲੀਨਿਕ ਹੈ ਮੇਨ ਮਾਰਕੀਟ, ਕਲੀਨਿਕ ਬੈਠ ਕੇ ਮੈਂ ਜਿੰਨੇ ਕੁ ਬੰਦਿਆਂ ਨਾਲ ਅਟੈਚ ਹੋ ਰਿਹਾ, ਉਹ ਇੱਕ ਪਲੇਟਫਾਰਮ ਤੇ ਜਿਹੜੇ ਮੇਰੇ ਨਾਲ ਮਿਲ ਗਿਲ ਰਹੇ, ਅਸੀਂ ਉਹਨਾਂ ਨਾਲ ਰਿਲੇਸ਼ਨ ਸਾਡਾ ਬਣਿਆ ਵਾ, ਅਸੀਂ ਸਾਡਾ ਪਿਆਰ ਭਾਵਨਾ ਨਾਲ ਬਣੀ ਵੀ। ਪੰਜਾਬ ਹਾਈ ਕਮਾਂਡ ਨੇ, ਭਾਜਪਾ ਨੇ ਸਾਨੂੰ ਇਹ ਓਪਰਚੁਨਿਟੀ ਦਿੱਤੀ, ਅਸੀਂ ਆਪਣੇ ਵਾਰਡ 'ਚ ਵਿਸਰੇ। ਵਾਰਡ 'ਚ ਵਿਸਰਨ ਤੋਂ ਬਾਅਦ ਸਾਨੂੰ ਲੋਕਾਂ 'ਚ ਇੰਨਾ ਕੁ ਪਿਆਰ ਮਿਲਿਆ ਕਿ ਮੈਂ ਇੰਨਾ ਕੁ ਮੈਨੂੰ ਖੁਸ਼ੀ ਮਹਿਸੂਸ ਹੁੰਦੀ, ਮੇਰੀ ਅੱਜ ਹੀ ਜਿੱਤ ਹੈ। ਮੈਂ ਰਿਜ਼ਲਟ ਪਰ ਡਿਪੈਂਡ ਨਹੀਂ ਹੈ ਜੀ। ਇੱਕ ਚੀਜ਼ ਦੱਸੋ, ਜਿਹੜੇ ਤੁਹਾਡੇ ਵਿਰੋਧੀ ਲੋਕ, ਵਿਰੋਧੀ ਨਹੀਂ ਆਪਾਂ ਕਹਿ ਸਕਦੇ, ਜਿਹੜੇ ਤੁਹਾਤੋਂ ਪਾਰਟੀ ਤੋਂ ਬਾਗੀ ਹੋ ਕੇ ਇਲੈਕਸ਼ਨ ਲੜ ਰਹੇ ਆ, ਤੁਹਾਨੂੰ ਲੱਗਦਾ ਕਿ ਪਾਰਟੀ ਨੂੰ ਨੁਕਸਾਨ ਹੋਊਗਾ ਇਹਦੇ ਨਾਲ? ਦੇਖੋ ਮੈਂ ਇੱਕ ਗੱਲ ਕਹਿੰਦਾ, ਸਾਨੂੰ ਬਣਾਇਆ ਸਾਡੀਆਂ ਪਾਰਟੀਆਂ ਨੇ, ਕਿਸੇ ਵੀ ਪਾਰਟੀ ਦੇ ਨੁਮਾਇੰਦੇ ਆ। ਜੇ ਸਾਡੇ ਨਾਲ ਅਸੀਂ ਅੱਜ ਇਸ ਮੁਕਾਮ ਤੇ ਖੜੇ ਆ, ਅਸੀਂ ਕਿਸੇ ਵੀ ਪਾਰਟੀ ਕਿਸੇ ਜਗ੍ਹਾ ਖੜੇ ਹੈ, ਉਹ ਸਾਡੀ ਪਾਰਟੀ ਦੀ ਦੇਣਦਾਰ ਹੈ, ਸਾਡੇ 'ਚ ਕੁਝ ਨਹੀਂ ਹੈ। ਅਸੀਂ ਆਪਣੇ ਨਿੱਜੀ ਮੁੱਦਾ ਲੈ ਕੇ ਸਾਨੂੰ ਸੀਟ ਨਹੀਂ ਮਿਲੀ ਜੀ ਅਸੀਂ ਆਜ਼ਾਦ ਲੜ ਲੈਂਦੇ ਹਾਂ। ਮੈਂ ਤਾਂ ਹਰ ਪਾਰਟੀ ਦੇ ਹਾਈ ਕਮਾਂਡ ਨੂੰ ਇੱਕੋ ਕਰਦਾ ਹੈ ਵੀ ਜੇ ਕੋਈ ਇੱਦਾਂ ਕਰੇ ਉਹਨੂੰ ਪਾਰਟੀ 'ਚੋਂ ਬੇਦਖਲ ਕਰ ਦਿਓ। ਕਿਉਂ? ਉਹਨੂੰ ਇਹ ਪਤਾ ਲੱਗੇ ਪਾਰਟੀ ਦੀ ਅਹਿਮੀਅਤ ਕਿਆ ਹੈ, ਪਾਰਟੀ 'ਚ ਰਹਿ ਕੇ ਹੀ ਪਾਰਟੀ ਗੁਜ਼ਾਰਾ ਹੈ, ਅਦਰਵਾਈਜ਼ ਕੋਈ ਫਾਇਦਾ ਨਹੀਂ। ਇਹ ਤਾਂ ਲੋਕਤੰਤਰ ਨਹੀਂ ਨਾ ਹੋਇਆ। ਕਿਉਂ? ਜਦੋਂ ਸਾਨੂੰ ਬਣਾਇਆ ਪਾਰਟੀ ਨੇ, ਠੀਕ, ਅਸੀਂ ਪਾਰਟੀ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ। ਪਾਰਟੀ ਸਾਤੇ ਸੀਨੀਅਰ ਹੈ, ਪਾਰਟੀ 'ਚ ਬਹੁਤ ਬੜੇ ਲੈਵਲ ਤੇ ਬੰਦੇ ਬੈਠੇ, ਉਹ ਸਾਤੇ ਜ਼ਿਆਦਾ ਇੰਟੈਲੀਜੈਂਟ ਕਹਿ ਲਓ, ਉਹਨਾਂ ਦਾ ਜਿਹੜਾ ਰਾਜਨੀਤਿਕ ਉਗਾ ਸਾਤੇ ਜ਼ਿਆਦਾ ਹੈ। ਜੇ ਉਹਨਾਂ ਨੇ ਕਿਸੇ ਕਾਰਨਵਸ਼ ਕੋ ਸੋਚ ਕੇ ਹੀ ਕਿਸੇ ਬੰਦੇ ਨੂੰ ਟਿਕਟ ਨਹੀਂ ਦਿੱਤੀ, ਇਹਦੇ 'ਚ ਇਹ ਨਹੀਂ ਹੈ ਜੀ ਉਹਦੇ ਖਾਸ ਬੰਦੇ ਦੇਤੀ ਜੀ, ਉਹਦੇ ਬੰਦੇ ਨੇ ਦੇਤੀ ਜੀ, ਸਾਨੂੰ ਨਹੀਂ ਦਿੱਤੀ, ਗਲਤ ਹੈ। ਇਹ ਸਾਡੀ ਲੋਕਾਂ ਦੀ ਸੋਚ ਹੈ। ਇਹ ਦੱਸੋ ਕਿ ਜਿਹੜਾ ਅਕਾਲੀ ਦਲ ਹੈ ਪਹਿਲੀ ਵਾਰ ਤੁਹਾਤੋਂ ਅਲੱਗ ਹੋ ਕੇ ਅਲੱਗ ਚੁਣਾਵ ਲੜ ਰਿਹਾ, ਤੁਹਾਨੂੰ ਕੀ ਲੱਗਦਾ ਅਸਰ ਹੋ ਰਿਹਾ ਤੁਹਾਡੇ ਤੇ? ਦੇਖੋ ਗੱਲ ਮੈਂ ਤਾਂ ਦੱਸਣ ਲੱਗਾ ਵੀ ਚਾਹੇ ਕੋਈ ਵੀ ਹੈ, ਉਹ ਵੀ ਸਾਡੇ ਭਰਾ ਥੇ, ਇਹ ਵੀ ਸਾਡੇ ਭਰਾ ਹੈ ਨਾ, ਠੀਕ ਹੈ। ਹੁਣ ਇੱਕ ਅਲੱਗ ਚੀਜ਼ ਹੈ, ਇਫੈਕਟ ਐਦਾਂ ਹੈ। ਦੇਖੋ ਅਕਾਲੀ ਦਲ ਨੇ ਵੀ, ਦੇਖੋ ਇਹ ਨਹੀਂ ਅਸੀਂ ਕਹਿ ਸਕਦੇ ਕਿ ਪਾਰਟੀ ਦਾ ਕੋਈ ਸਟੈਂਡ ਨਹੀਂ ਹੈ, ਬਿਲਕੁਲ ਹੈ ਜੀ, ਉਹਨਾਂ ਦਾ ਆਪਣਾ ਗਠਬੰਧਨ ਹੈ, ਸਾਡਾ ਆਪਣਾ ਗਠਬੰਧਨ ਹੈ, ਕਾਂਗਰਸ ਪਾਰਟੀ ਦਾ ਆਪਣਾ ਗਠਬੰਧਨ ਹੈ। ਅਸੀਂ ਕਿਸੇ ਨੂੰ ਘੱਟ ਨਹੀਂ ਸਮਝ ਸਕਦੇ। ਜੇ ਅਸੀਂ ਸੋਚੀਏ ਵੀ ਨਹੀਂ ਜੀ ਉਹਨਾਂ ਕਿਆ ਕਰਨਾ ਜੀ, ਉਹ ਗਲਤ ਹੈ। ਹਰ ਪਾਰਟੀ ਨੇ ਆਪਣੀ ਮਜ਼ਬੂਤੀ ਲਈ ਸਭ ਸਮੀਕਰਨ ਬਣੇ ਹੋਏ ਹੈ ਔਰ ਹਰ ਪਾਰਟੀ ਦਾ ਆਪਣਾ ਜਨਾਦਾਰ ਹੈ, ਉਹਨੂੰ ਅਸੀਂ ਪਿੱਛੇ ਪੂਰੇ ਪੜਦਾ ਨਹੀਂ ਪਾ ਸਕਦੇ, ਉਹਨੂੰ ਝਟਲਾ ਨਹੀਂ ਸਕਦੇ। ਕਿਆ ਲੱਗਦਾ ਕਿੰਨੀਆਂ ਸੀਟਾਂ ਜਿੱਤੋਗੇ? ਦੇਖੋ ਸੀਟਾਂ ਦੀ ਗੱਲ ਇਹ ਹੈ, ਅਸੀਂ ਤਾਂ ਕਹਿੰਦੇ ਡਿਪੈਂਡੈਂਟ ਔਨ ਪੋਪੂਲੇਸ਼ਨ, ਸਾਡੀ ਜਨਤਾ ਪਰ। ਜਨਤਾ ਜਨਾਰਦਨ ਹੈ, ਉਹਨਾਂ ਦਾ ਹੁਕਮ ਸਾਡੇ ਸਿਰ ਮੱਥੇ। ਪਰ ਮੈਂ ਇੱਕੋ ਅਪੀਲ ਕਰਦਾ ਕਿ ਦੇਖੋ ਕੌਂਸਲ ਤਾਂ ਬਣੂਗੀ ਜੇ ਸਾਡੇ ਐਮਸੀ ਵੱਧ ਤੋਂ ਵੱਧ ਜਿੱਤਣ, ਔਰ ਕੌਂਸਲ 'ਚ ਅਸੀਂ ਆ ਕੇ ਲੋਕਾਂ ਦੀ ਸੇਵਾ ਤਾਂ ਹੀ ਕਰ ਸਕਦੇ ਜੇ ਸਾਡੀ ਕੌਂਸਲ ਪ੍ਰੋਪਰ ਬੀਜੇਪੀ ਦੀ ਬਣੂਗੀ। ਠੀਕ ਹੈ, ਮਹਾਮਾਈ ਨੇ ਸੁੱਖ ਚਾਇਆ, ਮੈਂ ਜਿੱਤਿਆ, ਸਾਡੇ 2 ਪਾਰਸ਼ਦ ਹੋਰ ਜਿੱਤ ਗਏ, 3 ਜਿੱਤ ਗਏ, ਲੇਕਿਨ ਮੈਂ ਤਾਂ ਇੱਕੋ ਅਪੀਲ ਕਰਦਾ ਆਪਣੇ ਸ਼ਹਿਰ ਵਾਸੀਆਂ ਨੂੰ, ਆਪਣੇ ਵਾਰਡ ਵਾਸੀਆਂ ਨੂੰ ਕਿ ਵੱਧ ਤੇ ਵੱਧ ਭਾਜਪਾ ਦੇ ਕੈਂਡੀਡੇਟਸ ਨੂੰ ਵੋਟ ਕਰੋ ਕਿ ਉਹ ਜਿੱਤ ਕੇ ਕੌਂਸਲ ਜਾਣ ਔਰ ਕੌਂਸਲ ਬਣਾਉਣ, ਲੋਕਾਂ ਦੀ ਸੇਵਾ ਕਰਨ। ਮੇਰਾ ਸਵਾਲ ਘੁਮਾਤਾ ਤੁਸੀਂ। ਮੈਂ ਪੁੱਛਿਆ ਕਿੰਨੀਆਂ ਸੀਟਾਂ ਦਾ ਦਾਅਵਾ ਕਰਦੇ ਹੋ?
ਦੇਖੋ ਇਹ ਸਾਰਿਆਂ ਵਾਰੀ ਕਰਨਾ। ਨਹੀਂ ਨਹੀਂ ਸਾਰੀਆਂ ਇਹ ਕਿੱਦਾਂ ਸਾਰੀਆਂ ਦਾ ਮਤਲਬ ਨਹੀਂ ਨਾ ਹੋਇਆ। ਦੇਖੋ ਕਾਂਗਰਸ ਪਾਰਟੀ ਇੰਨੀ ਮਜ਼ਬੂਤੀ ਨਾਲ ਚੁਣਾਵ ਲੜ ਰਹੀ ਹੈ और वो भी दावा कर रहे हैं कि बहुमत ਅਸੀਂ आ रहे हैं। मैं वही कहना भी, लेकिन 19 सीटां जितना ये मैं तो नहीं कहना भी दावा तो देखो मैं भी अपनी सीट पर करता पाया, हर एमसी अपनी सीट पर करता पाया। जे 19 एमसी 19 का दावा ही करते हैं, चाहे वो साडी पार्टी है चाहे ओपोजिशन है ना। लेकिन डिपेंड ऑन जनता जनार्दन, बंदा सब कुछ सोचता जी, लेकिन जो जनता ने हुक्म देना, जो जनता ने रिजल्ट देना वो साडे सिर मत्थे है। ਕਿਹੜੀ ਸੀਟ ਸਭ ਤੋਂ ਹੋਟ ਮੰਨਦੇ ਹੋ ਤੁਸੀਂ ਅੱਜ ਕੱਲ੍ਹ? ਸਾਰੀਆਂ ਹੀ ਹੋਟ ਹੈ, ਸਾਡੀ ਸਭ ਤੋਂ ਜ਼ਿਆਦਾ ਹੋਟ ਹੈ। ਜਿੱਥੇ ਖੜੀ ਉੱਥੇ ਇੱਕੋ ਗੱਲ ਹੁੰਦੀ, ਵਾਰਡ ਨੰਬਰ 8 ਸਭ ਤੋਂ ਹੋਟ। ਤੁਹਾਨੂੰ ਲੱਗਦਾ ਤੁਹਾਡੇ ਵਾਰਡ ਦੇ ਵਿੱਚ ਸ਼ਰਾਬ, ਪੈਸਾ, ਸਮਾਨ ਸਭ ਕੁਝ ਚੱਲ ਰਿਹਾ? ਦੇਖੋ ਬਿਲਕੁਲ ਜੀ, ਸਾਨੂੰ ਤਾਂ ਹਾਂ ਇਸ ਗੱਲ ਦਾ ਮੈਂ ਦੇਖੋ ਜੀ ਐਜ਼ ਅ ਡਾਕਟਰ 4 ਦਿਨ ਹੋ ਗਏ ਜੀ, ਮੈਨੂੰ ਰੋਜ਼ ਸ਼ਾਮ ਨੂੰ ਬੰਦੇ ਸਾਡੇ ਨਾਲ ਕਦੀ ਫੋਨ ਕਦੀ मेरे को पूछ रहे महाराज साड़ी सेवा कर दो, मौसम ठंडा हो गया। और मैं इन्ना सरप्राइज हो रहा, देखो मैं पहला इलेक्शन है मेरा, और जिंदगी मैं कहता भी कौंसल मैं कोई पहला अज तक कभी चुनाव नहीं लड़े, और मैं इन्ना हैरान हो रहा। अगले कहते जी वो तो सब कुछ दिया करते, शराब भी दिया करते, राशन भी दिया करते, तुसी क्या दिया करते? मैं कहा जी मैं दवाई दे सकता बस, अज नहीं पहला तो 13 साल हो गए सानू, मैनू क्लीनिक ते बैठे नू 35 साल हो गए साढ़े फादर साहब नू। कोई मेरा वार्ड क्या शहर च कोई बंदा अज तक साडे पिता ने एको गल सिखाई भी किसी नूं खाली नहीं मोड़ना, जे कोई दवाई लैना होवे जेब च पैसा होवे ना होवे ते उहनूं दवाई दे देनी। ਉਹੀ चीज़ असीं रखी हुई अज भी। मैनूं कल भी किसी बंदे का फोन आया भी जी भाई नहीं जी शराब दे दो, मैं कहा बीरा जी हाथ जोड़े हाथ, दवाई लैनी क्लीनिक चल जा, पर मैं कहा ये काम नहीं मैं कर सकता, ना मेरा ज़मीर अलाउ करता। मैं अज भी पूरे शहर नूं एक अपील करता है कि तुसीं 2 दिन 4 दिन 5 दिन शराब लैके वोट तो पा दूंगे, लेकिन तुसी अज शराब पर जिहड़ा कौंसल तुहाडे पैसे खर्च रहा ना वो 5 साल तुहाडे नेड़े नहीं आऊगा। लेकिन एक विपक्ष दे जिहड़ा लीडर सीगा तुहाडे विरोध च इलैक्शन लड़ रहा, ਉਹਨੇ ਤੁਹਾਡੇ ਪਰਸਨਲ ਅਟੈਕ ਵੀ ਕੀਤਾ ਸੀ ਕਿ ਪੂਰੇ ਪਰਦੇ ਖੋਲੇ ਜਾਣਗੇ, ਪਰਤਾਂ ਖੋਲੀਆਂ ਜਾਊਗੀਆਂ ਵੀ ਕਿੱਦਾਂ ਦੀ ਤੁਸੀਂ ਦਵਾਈ ਵੇਚਦੇ ਆ, ਕੀ ਕਰਦੇ ਉਹ ਮਹਾਰਾਜ ਸਿਰ ਮੱਥੇ। ਇਹ ਉਹਨਾਂ ਦੇ ਕਹਿਣ ਨਾਲ ਕਿ ਸ਼ਹਿਰ ਨੂੰ ਪਤਾ, ਇਹ ਉਹਨਾਂ ਦੇ ਕਹਿਣ ਨਾਲ ਨਾ ਕਹਿਣ ਨਾਲ ਕੋਈ ਫਰਕ ਨਹੀਂ ਪੈਣਾ ਜੀ। ਇਹ ਸ਼ਹਿਰ ਨੂੰ ਪਤਾ ਸੀ ਕਿੱਥੇ ਖੜੇ ਕਿਆ ਕਰਦੇ। ਅੱਜ ਮੈਂ ਉਹੀ ਤੁਹਾਨੂੰ ਗੱਲ ਕੀਤੀ ਵੀ ਤੁਸੀਂ ਇੱਕ ਵਾਰੀ ਨਾ ਸਰਵੇ ਕਰੋ ਆਪਣੇ ਲੈਵਲ ਤੇ, ਕਿਸੇ ਵੀ ਵਾਰਡ ਤੇ ਚਲੇ ਜਾਓ। मेरी अज ही जीत है और मैं बहुत खुशी महसूस गर्व महसूस करता। ਆਪਾਂ ਜਿੱਥੇ ਜਾਂਦੇ ਨਾ ਲੋਕਾਂ ਦੀ ਇੰਨੀ ਇੱਕ ਪਿਆਰ ਭਾਵਨਾ ਮਿਲਿਆ ਕਰਦੀ ਨਾ ਵੀ ਠੀਕ ਹੈ ਰਿਜ਼ਲਟ ਆਣਾ ਨਾ ਆਣਾ, ਵੋਟਰ ਨੇ ਸਾਨੂੰ ਜਿਤਾਣਾ ਮੈਨੂੰ ਕੋਈ ਫਰਕ ਨਹੀਂ ਪੈ ਰਿਹਾ। ਮੈਂ ਅੱਜ ਹੀ ਜਿੱਤਿਆ ਮੇਰੀ, ਉਹਦਾ ਰੀਜ਼ਨ ਇਹ ਹੈ ਵੀ ਜਦੋਂ ਮੈਂ ਕਿਸੇ ਕੋਲ ਜਾਂਦਾ ਕੋਈ ਬੰਦਾ ਕਹਿੰਦਾ ਯਾਰ ਤੇਰਾ ਸਾਡਾ ਪੁਰਾਣਾ ਰਿਲੇਸ਼ਨ, ਤੇਰੇ ਫਾਦਰ ਸਾਹਿਬ ਨੇ ਸਾਡਾ ਇੰਨਾ ਕੰਮ ਕੀਤਾ, ਸਾਡੇ ਫਾਦਰ ਸਾਹਿਬ ਨੇ ਆਹ ਕੀਤਾ ਉਹ ਕੀਤਾ, ਮੇਰੀ ਉਹਦੇ 'ਚ ਹੀ ਖੁਸ਼ੀ ਹੈ ਜੀ, ਮੇਰੀ ਉਹਦੇ 'ਚ ਹੀ ਜਿੱਤ ਹੈ। ਤੁਸੀਂ ਇੱਕ ਚੀਜ਼ ਹੋਰ ਦੱਸੋ, ਜਿੱਦਾਂ ਨਾ ਚੁਣਾਵ ਜਿਹੜਾ ਕਾਂਗਰਸ ਪਾਰਟੀ ਦਾ ਇਸ ਵੇਲੇ ਪੂਰੇ ਸਤਰ ਤੇ ਹੈ, ਲੇਕਿਨ ਬੀਜੇਪੀ ਦਾ ਕਿਤੇ ਚੁਣਾਵ ਪ੍ਰਚਾਰ ਦਿਖਦਾ ਨਹੀਂ। ਮਤਲਬ ਮੈਂ ਇਹ ਨਹੀਂ ਕਹਿੰਦਾ ਡੋਰ ਟੂ ਡੋਰ ਤੁਸੀਂ ਜਾਂਦੇ ਹੋਵੋਗੇ ਠੀਕ ਹੈ, ਲੇਕਿਨ ਜਿਸ ਹਿਸਾਬ ਨਾਲ ਰਾਣਾ ਜੀ ਤੂਫਾਨੀ ਦੌਰਾ ਕਰਕੇ ਆਪਣੇ ਪਾਰਟੀ ਦੇ ਸਮਰਥਨ ਜਿਹੜੇ ਪ੍ਰਤਿਆਸ਼ੀ ਉਹਨਾਂ ਵਾਸਤੇ ਵੋਟਾਂ ਮੰਗ ਰਿਹਾ, ਜਨ ਸਭਾ ਕਰ ਰਿਹਾ, ਬੀਜੇਪੀ ਤੋਂ ਗਾਇਬ ਹੈ। ਦੇਖੋ ਹਰ ਪਾਰਟੀ ਦਾ ਆਪਣਾ ਤਰੀਕਾ ਹੈ। ਮੈਂ ਤਾਂ ਇੱਕੋ ਗੱਲ ਕਹਿੰਦਾ, ਉਹ ਪਾਰਟੀ ਇੱਦਾਂ ਕਰ ਰਹੀ ਅਸੀਂ ਵੀ ਇੱਦਾਂ ਕਰਨਾ, ਇਹ ਗਲਤ ਹੈ। ਇਹ ਆਪਣੀ ਸੋਚ ਹੈ। ਹੁਣ ਬਾਕੀ ਦੂਰ ਕਰਨ ਜਾਣਾ, ਆਮ ਆਦਮੀ ਪਾਰਟੀ ਲੈ ਲਓ ਵਾਰਡ ਨੰਬਰ 8 'ਚ, ਮੈਂ ਕਹਿੰਦਾ 300-400 ਦਾ ਬੋਰਡ ਲਾਤਾ ਹੋਣਾ ਉਹਨੇ, ਉਹਨਾਂ ਦਾ ਆਪਣਾ ਤਰੀਕਾ ਹੈ। ਉਹਨੇ ਕਿੱਦਾਂ ਕੰਪੇਨਿੰਗ ਕਰਨੀ, ਬੀਜੇਪੀ ਨੇ ਕਿੱਦਾਂ ਕੰਪੇਨਿੰਗ ਕਰਨੀ ਉਹਦਾ ਆਪਣਾ ਤਰੀਕਾ ਹੈ, ਕਾਂਗਰਸ ਪਾਰਟੀ ਨੇ ਕਿੱਦਾਂ ਕੰਪੇਨਿੰਗ ਕਰਨੀ ਉਹਦਾ ਆਪਣਾ ਤਰੀਕਾ ਹੈ। ਤੁਹਾਨੂੰ ਲੱਗਦਾ ਕਿ ਬੀਜੇਪੀ ਕੰਜੂਸੀ ਨਾਲ ਖਰਚਾ ਕਰ ਰਹੀ ਹੈ? ਖਰਚੇ ਦੀ ਗੱਲ ਨਹੀਂ ਹੈ, ਡੋਰ ਟੂ ਡੋਰ ਕੰਪੇਨਿੰਗ ਇਜ਼ ਅ ਵੈਰੀ ਟਫ। ਅਸੀਂ ਘਰ ਬੈਠ ਕੇ 10 ਬੰਦਿਆਂ ਨੂੰ ਫੋਨ ਕਰ ਲਈਏ, 2 ਜਨ ਸਭਾ ਕਰਾ ਦਈਏ, 400 ਵੋਟ ਲਾ ਦਈਏ, ਉਹਦਾ ਕੰਮ ਕੀ ਹੈ? ਕਾਉਂਸਲਰ ਦਾ ਮਤਲਬ ਕੀ ਹੈ? ਜੇ ਅਸੀਂ ਕਾਉਂਸਲਰ ਬਣਨਾ ਹੈ, ਕਾਉਂਸਲਰ ਦਾ ਮਤਲਬ ਹੈ ਲੋਕਾਂ ਦੀ ਸੇਵਾ ਕਰਨਾ। ਲੋਕਾਂ ਦੀ ਸੇਵਾ ਕਿੱਦਾਂ ਹੋਣੀ? ਉਹ ਜੇ ਅਸੀਂ ਡੋਰ ਟੂ ਡੋਰ ਕੰਪੇਨਿੰਗ ਨਹੀਂ ਕਰ ਸਕਦੇ ਤਾਂ ਤੁਸੀਂ ਇਹ ਦੱਸੋ ਵੀ ਬਾਅਦ ਤੁਸੀਂ ਕਾਉਂਸਲਰ ਬਣ ਕੇ ਲੋਕਾਂ ਦੇ ਕੰਮ ਕਿਆ ਆਣਾ? ਮੈਨੂੰ ਇੱਕ ਗੱਲ ਦੱਸ ਦਿਓ, ਸਾਡੇ ਨੰਗਲ ਸ਼ਹਿਰ 'ਚ 3-4 ਐਮਸੀਆਂ ਨੂੰ ਛੱਡ ਕੇ, ਚਾਹੇ ਉਹ ਵਿਪਕਸ਼ ਦਾ ਹੈ ਚਾਹੇ ਸਾਡੇ ਪਕਸ਼ ਦਾ, 3-4 ਐਮਸੀਆਂ ਨੂੰ ਛੱਡ ਕੇ ਐਸਡੀਐਮ ਆਫਿਸ, ਤਹਿਸੀਲ ਆਫਿਸ ਕੋਈ ਕੰਮ ਹੋਵੇ, ਮੈਨੂੰ ਇਹ ਦੱਸ ਦਿਓ ਵੀ ਉਹ ਐਮਸੀ ਉੱਥੇ ਪੁੱਜਿਆ ਵਾ ਜੀ। ਉਹ ਮਾਰੇ ਅੱਧੇ ਐਮਸੀ ਦਾ ਐਮਸੀ ਬਣ ਕੇ ਮੁੜ ਕੇ ਦੱਸਣੀ ਨਾ ਹੁੰਦੇ, ਕੋਈ ਰੋਪੜ ਹੈ ਜੀ, ਕੋਈ ਚੰਡੀਗੜ੍ਹ ਹੈ ਜੀ, ਕੋਈ ਮੋਹਾਲੀ ਕੰਮ ਕਰਿਆ ਕਰਦਾ ਜੀ, ਕੋਈ ਕਿਦੀ ਕੰਮ ਕਰਿਆ ਕਰਦਾ। ਤੁਸੀਂ ਆਪਣੇ ਵਿਰੋਧੀਆਂ ਦੇ ਉੱਤੇ ਆਰੋਪ ਲਗਾ ਰਹੇ ਹੋ? ਪੂਰੇ 19 ਵਾਰਡ ਦੀ ਗੱਲ ਕਰਦਾ ਮੈਂ 3 ਤੋਂ 4 ਐਮਸੀ ਛੱਡ ਦੋ,
ਇਹ ਤੁਹਾਨੂੰ ਹੀ ਪਤਾ ਕਿਹੜੇ ਆ, ਲੋਕਾਂ ਨੂੰ ਜਨਤਾ ਨੂੰ ਹੀ ਪਤਾ। ਇੱਕ ਵਾਰਡ ਦਾ, ਵਾਰਡ ਨੰਬਰ 4 ਦਾ, ਵਾਰਡ ਨੰਬਰ 5 ਦਾ, ਵਾਰਡ ਨੰਬਰ 6 ਦਾ MC ਬਣਿਆ ਵਾ ਹੈ, ਲੇਕਿਨ ਕਿਸੇ ਜਨਤਾ ਦਾ ਸਾਡੀ ਜਨਾਰਦਨ ਨੂੰ ਕੋਈ ਕੰਮ ਪੈਂਦਾ ਹੈ ਤਾਂ ਵਾਰਡ ਨੰਬਰ 7 ਦਾ MC ਸਾਈਨ ਕਰ ਰਿਹਾ ਹੈ। ਚਲੋ ਤੁਸੀਂ ਛੱਡੋ, ਤੁਸੀਂ ਮੈਨੂੰ ਸਿੱਧੀ ਗੱਲ ਦੱਸੋ, ਜਿਹੜਾ ਵਾਰਡ 8 ਦਾ ਤੁਸੀਂ ਕਹਿ ਦਿੱਤਾ ਜੋ ਵੀ ਹੈ, ਤੁਹਾਨੂੰ ਵਾਰਡ ਨੰਬਰ 10 ਦਾ ਮੁਕਾਬਲਾ ਕਿੱਦਾਂ ਲੱਗ ਰਿਹਾ? ਮੈਂ ਤੁਹਾਨੂੰ ਗੱਲ ਹੀ ਕਹਿੰਦਾ, ਵਾਰਡ ਤਾਂ ਸਾਰੇ ਇਸ ਟਾਈਮ ਦੇਖੋ ਪਤਾ ਕੀ ਹੁੰਦਾ, ਹਰ ਪਾਰਟੀ ਨੇ, ਮੈਂ ਇੱਕ ਐਜ਼ ਅ ਨੁਮਾਇੰਦਾ ਹੋ ਕੇ, ਬੀਜੇਪੀ ਪਾਰਟੀ ਦਾ ਨੁਮਾਇੰਦਾ ਹੋ ਕੇ, ਵਾਰਡ ਨੰਬਰ 8 ਦਾ ਕੈਂਡੀਡੇਟ ਹੋ ਕੇ ਮੈਂ ਕਹਿਣਾ ਜੀ ਸਾਡੀ ਪਾਰਟੀ ਸਭ ਤੋਂ ਜ਼ੋਰਾਂ ਪਰ ਹੈ। ਮੈਂ ਮੇਰੀ ਜੀ ਜਿੱਤ ਪੱਕੀ ਹੈ ਨਾ। ਮੈਂ ਇੱਕ ਹੀ ਅਪੀਲ ਕਰਦਾ ਕਿ ਜੋ ਰਿਜ਼ਲਟ ਦੇਣਾ ਉਹ ਜਨਤਾ ਨੇ ਦੇਣਾ, ਔਰ ਮੈਂ ਅੱਜ ਵੀ ਅਪੀਲ ਜਨਤਾ ਨੂੰ ਇਹ ਕਰਦਾ ਵੀ ਇਹ ਨਾ ਕਰੋ ਵੀ ਆਹ ਬੰਦਾ ਮੈਨੂੰ ਆਹ ਦਿਆ ਕਰਦਾ, ਆਹ ਬੰਦਾ ਮੈਨੂੰ ਇਹ ਦਿਆ ਕਰਦਾ। ਤੁਸੀਂ ਕਮ ਸੇ ਕਮ ਸੋਚ ਸਮਝ ਕੇ, ਸੋਚ-ਬਾਜ ਕਰਕੇ ਵੋਟਿੰਗ ਕਰੋ ਕਿ ਅਗਲੇ 5 ਸਾਲ ਫਿਰ ਤੁਸੀਂ ਉਸ MC ਦਾ ਮੂੰਹ ਦੇਖਣਾ, ਉਸ MC ਦੇ ਕੰਮ ਲੈਣਾ। ਜੇ ਕੋਈ MC ਤੁਹਾਡਾ ਤੁਸੀਂ ਅੱਜ ਅਸੀਂ ਕਹਿੰਦੇ ਵੀ ਠੀਕ ਹੈ ਜੀ, ਮੈਂ ਲੋਕਾਂ ਨੂੰ ਕਹਿੰਦਾ ਮੈਨੂੰ ਵੋਟ ਕਰੋ ਨਾ, ਜੇ ਤੁਹਾਨੂੰ ਮੈਂ ਖਰਾ ਲੱਗਦਾ, ਜੇ ਤੁਹਾਨੂੰ ਲੱਗਦਾ ਹੈ ਮੈਂ ਤੁਹਾਡੇ ਕੰਮ ਆਣੇ ਵਾਲਾ ਹੈ ਤਾਂ ਮੈਨੂੰ ਵੋਟ ਕਰੋ। ਔਰ ਮੈਂ ਇੱਕੋ ਅਪੀਲ ਕਰਦਾ ਕਿ ਹਰ ਵਾਰਡ ਦੇ ਸਾਡੀ ਜਨਤਾ ਨੂੰ, ਸ਼ਹਿਰ ਦੇ ਵਾਸੀਆਂ ਨੂੰ ਇੱਕੋ ਅਪੀਲ ਕੀਤੀ ਜਾ ਰਹੀ ਹੈ ਕਿ ਬਈ ਇਸ ਟਾਈਮ ਮਾਹੌਲ ਬਹੁਤ ਗਰਮਾਇਆ ਵਾ, ਹਰ ਕੌਂਸਲਰ ਨੇ ਆਪਣਾ ਜ਼ੋਰ ਲਾਣਾ, ਹਰ ਪਾਰਟੀ ਨੇ ਆਪਣਾ ਜ਼ੋਰ ਲਾਣਾ, ਲੇਕਿਨ ਜਦੋਂ ਤੁਸੀਂ ਵੋਟ ਪਾਣੀ ਤੁਸੀਂ ਆਪਣੀ ਸੋਚ ਸਮਝ ਨਾਲ ਪਾਣੀ, ਉਹ ਤੁਸੀਂ ਦੇਖਣਾ ਵੀ ਤੁਸੀਂ ਕਿਹਨੂੰ ਵੋਟ ਕਰਨਾ। ਡਾਕਟਰ ਸਾਹਿਬ, ਤੁਹਾਡੇ ਇੱਕ ਵਾਰਡ ਨੰਬਰ 2 ਦੇ ਪ੍ਰਤਿਆਸ਼ੀ ਸੀਗੇ ਮਹੇਸ਼ ਕਾਲੀਆ ਜੀ ਭਾਜਪਾ ਦੇ, ਉਹਨਾਂ ਨੇ ਸਾਡੀ ਇੰਟਰਵਿਊ 'ਚ ਇਹ ਵਾਅਦਾ ਕਰਤਾ ਜਨਤਾ ਨਾਲ ਕਿ ਅਗਰ ਮੈਂ ਚੁਣਾਵ ਜਿੱਤ ਗਿਆ ਕਿ ਵਾਰਡ ਨੰਬਰ 2 ਦੇ ਵਿੱਚ ਚਾਹੇ ਵਿਆਹ ਹੋਵੇ ਕੁੜੀ ਦਾ, ਚਾਹੇ ਹੋਵੇ ਮੁੰਡੇ ਦਾ, ਟੈਂਟ ਫ੍ਰੀ ਹੋਊਗਾ, ਬਿਲਕੁਲ ਕੋਈ ਪੈਸਾ ਨਹੀਂ ਲੱਗਿਆ ਹੋਊਗਾ। ਤੁਸੀਂ ਵੀ ਕਦੋਂ ਦਾ ਆਸ਼ਵਾਸਨ ਦਿੰਦੇ ਜਨਤਾ ਨੂੰ? ਦੇਖੋ, ਮੈਂ ਤਾਂ ਜਨਤਾ ਨੂੰ ਇੱਕ ਆਸ਼ਵਾਸਨ ਦਿੰਦਾ ਹੈ ਕਿ ਜਿੱਤ ਕਿਹਦੀ ਹੋਣੀ ਕਿਹਦੀ ਨਹੀਂ ਇਹ ਜਨਤਾ ਨੇ ਤੈਅ ਕਰਨਾ, ਲੇਕਿਨ ਜੋ ਮੈਂ ਹੁਣ ਹੈ, ਜੋ ਮੈਂ ਪਹਿਲਾਂ ਥਾ, ਅੱਜ ਤੇ 13 ਸਾਲ ਮੈਨੂੰ ਕੰਮ ਕਰਦੇ ਨੂੰ ਹੋ ਗਏ ਸ਼ਹਿਰ 'ਚ। 2007 में पढ़ाई करके आ गया था, 35 ਸਾਲ ਸਾਡੇ ਫਾਦਰ ਸਾਹਿਬ ਨੂੰ ਹੋ ਗਏ। ਸਾਡੇ ਪਰਿਵਾਰ ਦਾ ਇੱਕ ਇਹ ਨਹੀਂ ਹੈ ਵੀ ਅਸੀਂ ਕਿਆ ਕਰਦੇ, ਲੋਕ ਕਿਆ ਕਰਦੇ। ਹੁਣ ਤਾਂ ਮੈਨੂੰ ਇਹ ਇੰਨੀ ਖੁਸ਼ੀ ਹੁੰਦੀ ਵੀ ਜਦੋਂ ਮੈਂ ਕਿਸੇ ਕੋਲ ਜਾਂਦਾ ਲੋਕ ਕਹਿੰਦੇ ਯਾਰ ਤੇਰੇ ਫਾਦਰ ਇੱਦਾਂ ਦੇ ਥੇ, ਉਹਦਾ ਚਾਹੇ ਸਾਡਾ ਇੰਨਾ ਪਿਆਰ था। ਜੋ ਉਹ ਕਰ ਰਹੇ ਔਰ ਜੋ ਮੈਂ ਕਰ ਰਿਹਾ ਪਿਛਲੇ ਟਾਈਮ 'ਚ ਔਰ ਜੋ ਹੁਣ ਕਰ ਰਿਹਾ, ਇਹੀ ਅੱਗੇ ਕਰਦਾ ਰਹੂੰਗਾ। ਕੋਈ ਵੀ ਗਰੀਬ ਧਮਾਤੜ ਸਾਥੀ, ਦੇਖੋ ਇਹ ਸਾਡੀ ਓਪੋਜੀਸ਼ਨ ਕਹਿੰਦੀ ਜੀ ਜੋ ਕੀਤਾ ਹੈ ਸਾਨੂੰ ਪਤਾ ਜੀ ਕਿ ਖਾਲੀ ਚਿੱਠੇ ਖੋਲਾਂਗੇ। ਸਾਡੇ ਫਾਦਰ ਸਾਹਿਬ ਨੇ ਬਹੁਤ ਗਰੀਬ ਕੰਨਾਂ ਦੇ ਵਿਆਹ ਕੀਤੇ, ਇਹ ਸ਼ਾਇਦ ਹਿਸਟਰੀ ਸਾਡੇ ਤੁਸੀਂ ਬਜ਼ੁਰਗ ਹੋ ਤੁਹਾਨੂੰ ਪਤਾ ਵੀ ਸਾਡੇ ਫਾਦਰ ਸਾਹਿਬ ਦੀ ਨੇਚਰ ਕਿਆ ਸੀ, ਮੇਰੇ ਦਾਦਾ ਜੀ ਦੀ ਕਿਆ ਨੇਚਰ ਸੀ, ਇਹ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈ। ਇਹ ਸਾਡੇ ਸ਼ਹਿਰ ਵਾਸੀਆਂ 'ਚ, ਔਰ ਅਸੀਂ ਇੱਥੇ ਦੇ ਹੀ ਵਸਿੰਦੇ ਆ, ਦਵੇਟੇ ਸਾਡਾ ਪਿੰਡ ਹੈ, ਪਿਛੋਕੜ ਅਸੀਂ ਇੱਥੇ ਦੇ ਹੈ। ਸੰਦਲ ਪਰਿਵਾਰ, ਲਾਲਾ ਓਮ ਪ੍ਰਕਾਸ਼ ਸੰਦਲ ਜੀ ਮੇਰੇ ਦਾਦਾ ਜੀ, ਸਤੀਸ਼ ਕੁਮਾਰ ਸੰਦਲ ਜੀ ਮੇਰੇ ਫਾਦਰ ਸਾਹਿਬ, ਮੇਰੇ ਸ਼ਾਮ ਚਾਚਾ ਜੀ ਸਾਡੇ ਚਾਚੇ, 5 ਚਾਚੇ ਆ ਜੀ ਮੇਰੇ, ਸਾਡੀਆਂ 5 ਫੈਮਲੀਆਂ। ਜੋ ਅਸੀਂ ਆਲਰੇਡੀ ਕਰ ਰਹੇ ਹਾਂ ਇਹ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈ। ਲੋਕਾਂ ਠੀਕ ਹੈ, ਕਈਆਂ ਨੂੰ ਮੈਂ ਹੁਣ ਮਿਲਿਆ ਜਦੋਂ ਮੈਂ ਕਲੀਨਿਕ 10 ਫਾਦਰ ਸਾਹਿਬ ਦੇ ਬਾਅਦ ਜਿਹੜੇ ਸਾਡੇ ਸਾਹਮਣੇ ਆਏ, ਉਹ ਕਹਿੰਦੇ ਯਾਰ ਤੂੰ ਡਾਕਟਰ ਸਾਹਿਬ ਦਾ ਬੇਟਾ ਹੈ, ਤੂੰ ਤਾਂ ਸਾਡਾ ਆਪਣਾ ਮੁੰਡਾ ਹੈ। ਉਹ ਚੀਜ਼ਾਂ ਦਾ ਪਿਆਰ ਹੀ ਮੈਨੂੰ ਬਹੁਤ ਹੈ, ਔਰ ਲੋਕਾਂ ਦਾ ਪਿਆਰ ਦੇ ਕੇ ਮੈਂ ਇੱਕੋ ਗੱਲ ਕਹਿੰਦਾ ਹੈ, ਓਪੋਜੀਸ਼ਨ ਜੋ ਮਰਜੀ ਸਾਡੇ ਵੱਲੋਂ ਚੱਕੇ ਜੀ ਵੀ ਤੁਸੀਂ ਕੀਚੜ ਛਾਲੇ, ਤੁਸੀਂ ਇਹ ਕੀਤਾ ਉਹ ਕੀਤਾ, ਦੇਖੋ ਸੁਣਨਾ ਤਾਂ ਦੇਖਣਾ ਤਾਂ ਜਨਤਾ ਨੇ, ਉਹਦਾ ਜਨਤਾ ਨੂੰ ਪਤਾ ਸੀ ਕਿਆ ਹੈ। ਇਹਦੇ ਵਿੱਚ ਇਹਦਾ ਕੋਈ ਐਸੀ ਦਿੱਕਤ ਨਹੀਂ ਹੈ। ਜੋ ਮੈਂ ਕਰ ਰਿਹਾ, ਮੈਂ ਕਿਆ ਕਰ ਰਿਹਾ, ਸਰਵੈਂਟਸ ਵਾਸਤੇ ਮੇਰੇ ਪਾਸ ਆਂਦੇ 80% ਸਰਵੈਂਟ ਕੁਆਟਰਸ ਵਾਲੇ ਜਨਤਾ ਵਿਚਾਰੀ ਗਰੀਬ ਪਰਿਵਾਰ ਮੇਰੇ, ਸਾਡੇ ਕੋਲ ਪੁਰਾਣੇ ਪੇਸ਼ੈਂਟ ਹੈ ਮੇਰੇ, ਉਹਦੇ 'ਚ ਅਸੀਂ ਕਿਆ ਉਹਨਾਂ ਨੂੰ ਦੇ ਰਹੇ ਕਿਆ ਨਹੀਂ। ਔਰ ਦੂਜੀ ਗੱਲ ਮੈਂ ਇੱਕ ਅਪੀਲ ਕਰਦਾ, ਜਿਹੜਾ ਲੋਕਡਾਊਨ ਗੁਜ਼ਰਿਆ ਨਾ ਉਹ ਇੱਕ ਬਿਯੋਂਡ ਇਮੈਜੀਨੇਸ਼ਨ, ਉਹ ਟਾਈਮ ਐਸਾ ਥਾ ਕਿ ਮੈਂ ਅੱਜ ਵੀ ਅਸੀਂ ਰੋਜ਼ ਮੱਥਾ ਟੇਕੀ ਦਾ ਮਹਾਮਾਈ ਨੂੰ ਵੀ ਇਹ ਟਾਈਮ ਦੁਬਾਰਾ ਮੁੜ ਕੇ ਨਾ ਆਵੇ। ਉਸ ਟਾਈਮ ਜਿਸ ਬੰਦੇ ਨੇ ਕਿਸ ਬੰਦੇ ਦੀ ਹੈਲਪ ਕੀਤੀ ਉਹ ਕਿਸੇ ਨੂੰ ਜ਼ਾਹਿਰ ਨਾ ਕਰੋ, ਉਹਦਾ ਰੀਜ਼ਨ ਜੇ ਅਸੀਂ ਕਿਸੇ ਦੀ ਹੈਲਪ ਕੀਤੀ ਨਾ, ਉਹ ਵਿਚਾਰਾ ਕਿਸ ਕੰਡੀਸ਼ਨ 'ਚ ਥਾ, ਜੇ ਅਸੀਂ ਅੱਜ ਉਹਨੂੰ ਕਹੋਗੇ ਨਾ ਤਾਂ ਉਹਦਾ ਸਾਡਾ ਦਿੱਤਾ ਜ਼ੀਰੋ ਹੋ ਗਿਆ। ਲੋਕਡਾਊਨ 'ਚ ਕਿਸ ਨੇ ਕਿਆ ਕੀਤਾ ਮੈਂ ਨਹੀਂ ਦੱਸਣਾ ਚਾਹੁੰਦਾ ਅਸੀਂ ਕਿਆ ਕੀਤਾ, ਠੀਕ ਹੈ ਵਿਪਕਸ਼ ਕਹੂਗਾ ਅਸੀਂ ਉੱਥੇ ਘੁੰਮਣ ਗਏ, ਬਿਲਕੁਲ ਐਗਰੀ ਹੈ ਜੀ, ਲੇਕਿਨ ਜੋ ਅਸੀਂ ਕੀਤਾ ਨਾ ਸਾਡਾ ਦਾਤਾ ਦੇਖਿਆ ਕਰਦਾ ਸੀ ਕਿਆ ਕੀਤਾ। ਪਰ ਮੈਂ ਅੱਜ ਵੀ ਸਾਰੇ ਕਾਉਂਸਲਰਸ ਨੂੰ ਇਹ ਅਪੀਲ ਕਰਦਾ, ਸਾਰੇ ਸ਼ਹਿਰ ਦੇ ਵਾਸੀਆਂ ਨੂੰ, ਜਿਹਨੇ ਦੇਖੋ ਹਰ ਬੰਦੇ ਨੇ ਆਪਣੇ ਲੈਵਲ ਤੇ ਰਹਿ ਕੇ ਜੋ ਬੰਦਾ ਥਾ ਉਹ ਕਿਸੇ ਦੀ ਹੈਲਪ ਕੀਤੀ, ਹਰ ਕਿਸੇ ਨੇ ਕੀਤੀ, ਕਿਉਂਕਿ ਟਾਈਮ ਹੀ ਐਸਾ ਥਾ, ਉਹ ਇੱਕ ਵਰਲਡ ਵਾਰ ਸੀ। ਮੈਂ ਅੱਜ ਵੀ ਅਪੀਲ ਕਰਦਾ ਕਿ ਉਸ ਟਾਈਮ ਨੂੰ ਦੁਬਾਰਾ ਨਾ ਦੁਹਰਾਓ ਕਿ ਅਸੀਂ ਜੀ ਲੋਕਡਾਊਨ 'ਚ ਆਹ ਸੇਵਾ ਕੀਤੀ, ਅਸੀਂ ਉਹ ਸੇਵਾ ਕੀਤੀ। ਉਹ ਯਾਰ ਤੁਸੀਂ ਸੇਵਕ ਹੈ, ਜੇ ਪੁਰਾਣੇ ਪੂਰਵ ਪਾਰਸ਼ਦ ਕਹਿ ਦੇਣ
ਵੀ ਅਸੀਂ ਜੀ ਲੋਕਡਾਊਨ 'ਚ ਸੇਵਾ ਕੀਤੀ, ਫਿਰ ਤੁਹਾਡਾ ਪਾਰਸ਼ਦ ਹੋਣ ਦਾ ਫਾਇਦਾ ਕਿਆ ਥਾ। ਦੂਜੀ ਗੱਲ ਮੈਂ ਕਹਿਣਾ ਨਹੀਂ ਚਾਹੁੰਦਾ, ਠੀਕ ਹੈ, ਆਮ ਨਾਗਰਿਕ ਉਸ ਲੋਕਡਾਊਨ 'ਚ ਮੈਨੂੰ ਕਹਿ ਦੇਵੇ ਵੀ ਘਰੋਂ ਵੀ ਬਾਹਰ ਨਿਕਲ ਸਕਿਆ, ਘਰੋਂ ਬਾਹਰ ਨਿਕਲਣਾ ਪੁਲਿਸ ਨੇ ਘਰ ਭੇਜ ਦੇਣੇ, ਬਾਕੀ ਸੱਤਾਧਾਰ ਬੰਦੇ ਘੁੰਮਣ ਫਿਰਨ ਮਜ਼ੇ ਕਰ ਰਹੇ ਕਿਉਂ? ਔਰ ਇਹਦਾ ਜਵਾਬ ਜਨਤਾ ਨੇ ਦੇਣਾ, ਅਸੀਂ ਨਹੀਂ ਦੇਣਾ ਵੀ ਉਸ ਟਾਈਮ ਕਿਆ ਹੋਇਆ ਕਿਆ ਨਹੀਂ ਹੋਇਆ। ਤੋ ਇਹ ਸੀਗੇ ਡਾਕਟਰ ਰੋਹਿਤ ਸੰਦਲ ਜੋ 8 ਨੰਬਰ ਵਾਰਡ ਤੋਂ ਭਾਜਪਾ ਦੀ ਟਿਕਟ ਤੇ ਚੁਣਾਵ ਲੜ ਰਹੇ ਆ। ਇਹ ਗੱਲਬਾਤ ਕਿੱਦਾਂ ਦੀ ਲੱਗੀ ਜਰੂਰ ਮੈਸੇਜ ਕਰੋ ਤਾਂ ਕਿ ਆਪਾਂ ਅੱਗੇ ਤੋਂ ਅੱਗੇ ਹੋਰ ਅੱਛੀ ਤਰ੍ਹਾਂ ਆਪਣਾ ਕਾਰਜ ਕਰਨ ਨੂੰ ਵਧਾ ਸਕੀਏ। ਧੰਨਵਾਦ।